ਹੈਲੋ एवरीवन ਵੈਲਕਮ ਟੂ ਦ ਚੈਨਲ ਸਟੱਡੀ ਵਿਦ ਪੂਜਾ। ਸੋ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਅੱਜ ਜ਼ਿਮਨੋਸਪਰਮਸ ਦੇ ਬਾਰੇ। ਜ਼ਿਮਨੋਸਪਰਮਸ ਜੋ ਹੈ ਇਹਨਾਂ ਦੇ ਕਾਫੀ ਇੰਪੋਰਟੈਂਟ ਚੀਜ਼ਾਂ ਇਹਦੇ ਵਿੱਚ ਦੱਸੀਆਂ ਹੋਈਆਂ ਆ। ਹੁਣ ਜਿਹੜੇ ਜ਼ਿਮਨੋਸਪਰਮਸ ਹੁੰਦੇ ਹੈਗੇ ਇਹਨਾਂ ਦੇ ਬਾਰੇ ਅੱਜ ਆਪਾਂ ਸਟਾਰਟ ਕਰਾਂਗੇ। ਸੋ ਆਪਾਂ ਜਿਹੜੀ ਇਹ ਇਮੇਜ ਦੇਖ ਰਹੇ ਹਾਂ ਇਹਦੇ ਵਿੱਚ ਜਿੰਨੀਆਂ ਵੀ ਸਾਰੀਆਂ ਹੈਗੀਆਂ ਇਹ ਜ਼ਿਮਨੋਸਪਰਮਸ ਦਿਖਾਈ ਦਿੰਦੇ ਆ। ਠੀਕ ਹੈ, ਹੁਣ ਇਹ ਜਿਹੜੇ ਜ਼ਿਮਨੋਸਪਰਮਸ ਆ ਇਹਨਾਂ ਦੇ ਵਿੱਚ ਬਾਕੀਆਂ ਦੇ ਨਾਲੋਂ ਥੋੜ੍ਹਾ ਜਿਹਾ ਡਿਫਰੈਂਸ ਹੈਗਾ। ਜਿੱਦਾਂ ਆਪਾਂ ਬਰਾਇਓਫਾਈਟਸ ਕੀਤੇ, ਟੈਰੀਡੋਫਾਈਟਸ ਕੀਤੇ। ਹੁਣ ਬਰਾਇਓਫਾਈਟ ਟੈਰੈਸਟਰੀਅਲ ਔਰ ਜਿਹੜੇ ਐਕੁਐਟਿਕ ਦੋਨੋਂ ਤਰ੍ਹਾਂ ਦੇ ਪਲਾਂਟ ਸੀ, ਪਾਣੀ ਦੇ ਵਿੱਚ ਔਰ ਲੈਂਡ 'ਤੇ ਦੋਨਾਂ 'ਤੇ ਸਰਵਾਈਵ ਕਰਦੇ ਸੀ, ਬਟ ਉਹਨਾਂ ਨੂੰ ਮੇਨਲੀ ਜ਼ਰੂਰਤ ਸੀ ਵਾਟਰ ਦੀ, ਇਸ ਕਰਕੇ ਵਾਟਰ 'ਚ ਰਹਿੰਦੇ ਸੀ ਫਰਟੀਲਾਈਜੇਸ਼ਨ ਦੇ ਲਈ। ਉਸ ਤੋਂ ਥੋੜ੍ਹੀ ਜਿਹੀ ਡਿਵੈਲਪਮੈਂਟ ਹੋਈ, ਮੋਡੀਫਿਕੇਸ਼ਨ ਹੋਈ ਤਾਂ ਟਾਈਮ ਦੇ ਨਾਲ ਆਏ ਟੈਰੀਡੋਫਾਈਟਸ। ਟੈਰੀਡੋਫਾਈਟਸ ਜਿਹੜੇ ਹੈ ਉਹ ਲੈਂਡ ਦੇ ਉੱਤੇ ਤਾਂ ਪਾਏ ਜਾਂਦੇ ਹੈਗੇ ਆ, ਪਰ ਉਹਨਾਂ ਦੇ ਵਿੱਚ ਵੀ ਕੁਛ ਹੱਦ ਤੱਕ ਉਹਨਾਂ ਨੂੰ ਵਾਟਰ ਚਾਹੀਦਾ ਹੁੰਦਾ ਤਾਂ ਕਿ ਫਰਟੀਲਾਈਜੇਸ਼ਨ ਹੋ ਸਕੇ ਸਪੋਰਸ ਦੇ ਥਰੂ, ਅੱਗੇ ਨਿਊ ਪਲਾਂਟਸ ਬਣ ਸਕਣ। ਤਾਂ ਉਹਨਾਂ ਨੂੰ ਵੀ ਜ਼ਰੂਰਤ ਸੀ ਔਰ ਉਹਨਾਂ 'ਚ ਸੀਡਸ ਨਹੀਂ ਸੀ। ਥੋੜ੍ਹੇ ਜਿਹੇ ਡਿਵੈਲਪ ਹੋ ਗਏ ਬਰਾਇਓਫਾਈਟਸ ਤੋਂ ਉਹਨਾਂ ਦੀਆਂ ਸੀਡਸ ਉਹਨਾਂ ਦੇ ਸਟੈਮਸ ਔਰ ਬ੍ਰਾਂਚਿਸ ਬਣ ਗਈਆਂ, ਸਟੈਮਸ ਰੂਟਸ ਵਗੈਰਾ ਬਣ ਗਈਆਂ। ਹੁਣ ਜਿਹੜੇ ਇਹ ਪਲਾਂਟਸ ਆ ਜ਼ਿਮਨੋਸਪਰਮ, ਹੁਣ ਟੈਰੀਡੋਫਾਈਟਸ ਦੀ ਮੋਡੀਫਿਕੇਸ਼ਨ ਹੋਈ ਟਾਈਮ ਦੇ ਨਾਲ ਨਾਲ ਤਾਂ ਉਹ ਜ਼ਿਮਨੋਸਪਰਮ 'ਚ ਕਨਵਰਟ ਹੋ ਗਏ ਕਿ ਜ਼ਿਮਨੋਸਪਰਮਸ ਡਿਵੈਲਪ ਹੋ ਗਏ। ਹੁਣ ਜ਼ਿਮਨੋਸਪਰਮਸ ਦੇ ਵਿੱਚ ਕੀ ਹੁੰਦੀਆਂ, ਸੀਡਸ ਹੁੰਦੀਆਂ ਵਾ। ਇਹ ਸੀਡ ਬੀਅਰਿੰਗ ਪਲਾਂਟਸ ਹੁੰਦੇ ਆ ਕੁਛ ਹੱਦ ਤੱਕ, ਜਿਨ੍ਹਾਂ ਦੇ ਬਾਰੇ ਅੱਗੇ ਆਪਾਂ ਐਂਜੀਓਸਪਰਮ ਦੇ ਬਾਰੇ ਗੱਲ ਕਰਾਂਗੇ। ਉਹਨਾਂ ਦੇ ਨਾਲ ਮਿਲਦੇ ਜੁਲਦੇ ਹੁੰਦੇ ਆ, ਬਸ ਫਰਕ ਇੰਨਾ ਕਿ ਜਿਹੜੇ ਜ਼ਿਮਨੋਸਪਰਮ ਆ ਇਹਨਾਂ 'ਚ ਨੈਕਡ ਸੀਡਸ ਪਾਈਆਂ ਜਾਂਦੀਆਂ, ਮਤਲਬ ਸੀਡਸ ਅਸੀਂ ਵੈਸੇ ਹੀ ਦੇਖ ਸਕਦੇ ਹਾਂ, ਫਰੂਟਸ ਐਂਡ ਕਲੋਜ਼ ਨਹੀਂ ਹੁੰਦੀਆਂ, ਜਦ ਕਿ ਐਂਜੀਓਸਪਰਮਸ ਦੇ ਵਿੱਚ ਹੁੰਦੀਆਂ ਹੈ। ਠੀਕ ਹੈ, ਸੋ ਇਹ ਸਭ ਜਿਹੜੀ ਹੈਗੀ ਆ ਇਹ ਐਂਜੀਓਸਪਰਮਸ ਪ੍ਰੈਜ਼ੈਂਟ ਹੈਗੇ। ਠੀਕ ਹੈ, ਇਹਨਾਂ ਦੇ ਵਿੱਚ ਡਿਫਰੈਂਸ਼ੀਏਟਿਡ ਸਟਰਕਚਰ ਹੁੰਦੇ, ਜਿੱਦਾਂ ਕੋਨਸ ਹੋ ਗਏ। ਇਹ ਜਿਹੜੇ ਕੋਨਸ ਜਾਂ ਸਟ੍ਰੋਬੀਲਾਈਜ਼ ਪ੍ਰੈਜ਼ੈਂਟ ਹੁੰਦੇ ਆ, ਇਹਨਾਂ ਦੀ ਹਾਈਟ ਬਹੁਤ ਲੰਬੀ ਹੁੰਦੀ ਆ। ਇਹਨਾਂ ਦੀਆਂ ਜਿਹੜੀਆਂ ਲੀਵਸ ਹੁੰਦੀਆਂ ਹੈਗੀਆਂ ਉਹਨਾਂ ਦੇ ਵਿੱਚ ਕਾਫੀ ਡਿਫਰੈਂਸ ਹੁੰਦਾ ਹੈਗਾ, ਕਈ ਤਰ੍ਹਾਂ ਦੀਆਂ ਲੀਵਸ ਹੁੰਦੀਆਂ ਇਹਨਾਂ ਦੀਆਂ ਔਰ ਇਹ ਬਹੁਤ ਹੀ ਲੰਬੇ ਹੋ ਜਾਂਦੇ ਹੈਗੇ ਆ। ਠੀਕ ਹੈ, ਸੋ ਅੱਗੇ ਇਹਨਾਂ ਦੇ ਬਾਰੇ ਸਟਾਰਟ ਕਰਦੇ ਹਾਂ, ਜ਼ਿਮਨੋਸਪਰਮਸ ਬਾਰੇ। ਜ਼ਿਮਨੋਸਪਰਮਸ ਜਿਹੜੇ ਹੁੰਦੇ ਆ ਇਹਨਾਂ ਦਾ ਜ਼ਿਮਨੋਸਪਰਮ ਦਾ ਮਤਲਬ ਕੀ ਹੈਗਾ। ਹੁਣ ਜ਼ਿਮਨੋ ਮੀਨਸ ਨੈਕਡ ਐਂਡ ਸਪਰਮਸ ਮਤਲਬ ਸੀਡਸ ਦੀ ਗੱਲ ਕੀਤੀ ਗਈ ਹੈ ਇੱਥੇ। ਠੀਕ ਹੈ, ਉਹ ਪਲਾਂਟਸ ਜਿਨ੍ਹਾਂ ਦੀਆਂ ਸੀਡਸ ਵੈਸੇ ਹੀ ਹੋਣ, ਫਰੂਟਸ 'ਚ ਕਵਰ ਨਹੀਂ ਹੁੰਦੀ। ਜਿੱਦਾਂ ਕਿ ਆਪਾਂ ਹੁਣ ਫਰੂਟਸ ਖਾਂਦੇ ਹੈਗੇ, ਮੈਂਗੋਜ਼ ਹੋ ਗਏ ਹੈ ਨਾ, ਜਾਂ ਲੀਚੀ ਹੋ ਗਈ, ਜਿੱਦਾਂ ਦੇ ਵੀ ਜਿਹੜੇ ਸਾਰੇ ਫਰੂਟਸ ਹੁੰਦੇ ਇਹਨਾਂ ਦੀਆਂ ਸੀਡਸ ਇਹਨਾਂ ਦੇ ਅੰਦਰ ਪਾਈਆਂ ਜਾਂਦੀਆਂ, ਮਤਲਬ ਕਵਰਡ ਹੈਗੀਆਂ ਆ ਹੈ ਨਾ, ਉਹ ਸਭ ਐਂਜੀਓਸਪਰਮਸ ਆ। ਉਹ ਪਲਾਂਟਸ ਜਿਨ੍ਹਾਂ ਦੀਆਂ ਸੀਡਸ ਵੈਸੇ ਹੀ ਦਿਖਾਈ ਦਿੰਦੀਆਂ ਆ ਫਰੂਟਸ ਦੇ ਵਿੱਚ, ਚਾਹੇ ਹੁਣ ਫਰੂਟਸ 'ਚ ਹੋਣ ਬਟ ਵੈਸੇ ਹੀ ਦਿਖਾਈ ਦੇਣ, ਤਾਂ ਉਹਨੂੰ ਅਸੀਂ ਬੋਲ ਦਿੰਦੇ ਹਾਂ ਜ਼ਿਮਨੋਸਪਰਮਸ। ਹੁਣ ਜ਼ਿਮਨੋਸਪਰਮਸ ਆਉਂਦੇ ਹੈ ਕਿ ਸਪਰਮੈਟੋਫਾਈਟਾ ਦੇ ਵਿੱਚ ਆਉਂਦੇ, ਇਹਨਾਂ ਦੀ ਡਿਵੀਜ਼ਨ ਆ ਜਾਂਦੀ ਸਪਰਮੈਟੋਫਾਈਟਾ, ਮਤਲਬ ਸਪਰਮੈਟੋ ਮੀਨਸ ਸੀਡ। ਠੀਕ ਹੈ, ਸਪਰਮੈਟੋਫਾਈਟਾ, ਫਾਈਟਾ ਮੀਨਸ ਬੀਅਰਿੰਗ ਪਲਾਂਟਸ, ਕਿ ਉਹ ਪਲਾਂਟਸ ਜਿਹੜੇ ਕਿ ਸੀਡ ਬੀਅਰ ਕਰਦੇ ਆ ਉਹ ਹੁੰਦੇ ਸਪਰਮੈਟੋਫਾਈਟਾ। ਬਟ ਜਿਹੜੇ ਸੀਡਸ ਨੂੰ ਬੀਅਰ ਕਰਦੇ ਤਾਂ ਹੈ, ਬਟ ਕਿਹੜੀਆਂ ਨੈਕਡ ਸੀਡਸ ਨੂੰ ਬੀਅਰ ਕਰਦੇ ਉਹਨਾਂ ਨੂੰ ਆਪਾਂ ਪ੍ਰੋਪਰ ਕਹਿ ਦਿੰਦੇ ਹਾਂ ਜ਼ਿਮਨੋਸਪਰਮਸ। ਠੀਕ ਹੈ, ਹੁਣ ਇਹਨਾਂ ਦੀ ਜਿਹੜੀ ਸਪੋਰੋਫਿਟਿਕ ਫੇਜ਼ ਹੁੰਦਾ ਇਹਨਾਂ ਦਾ ਉਹ ਡਿਪਲੋਇਡ ਫਾਰਮ 'ਚ ਹੁੰਦਾ, ਜ਼ਿਆਦਾਤਰ ਡਿਪਲੋਇਡ ਫਾਰਮ 'ਚ ਆ ਜਾਂਦੀ ਹੈਗੀ ਆ। ਠੀਕ ਹੈ, ਕੁਛ ਹੱਦ ਤੱਕ ਹੀ ਹੈਪਲੋਇਡ ਫਾਰਮ 'ਚ ਹੁੰਦੇ, ਜ਼ਿਆਦਾ ਤਰੀਕੇ ਦੇ ਵਿੱਚ ਹੁੰਦੇ ਡਿਪਲੋਇਡ ਫਾਰਮ ਦੇ ਵਿੱਚ ਇਹਨਾਂ ਦਾ ਪੂਰਾ ਲਾਈਫ ਸਾਈਕਲ ਮੇਨਲੀ ਤਾਂ ਨਿਕਲਦਾ ਹੈਗਾ। ਠੀਕ ਹੈ, ਸੋ ਆਪਾਂ ਇਹਨਾਂ ਨੂੰ ਹੈਪਲੋਡਿਪਲੋਇਡਿਕ ਲਾਈਫ ਸਾਈਕਲ 'ਚ ਲੈ ਲੈਂਦੇ ਹਾਂ। ਨੈਕਸਟ ਹੈ ਕਿ ਇਹਨਾਂ ਦੀਆਂ ਜਿਹੜੀਆਂ ਹੁਣ ਇਹਨਾਂ ਦੇ ਵਿੱਚ ਕੀ ਹੁੰਦਾ ਕਿ ਨੈਕਡ ਓਵਿਊਲਸ ਬੋਰਨ ਅਨਪ੍ਰੋਟੈਕਟਿਡ ਔਨ ਦਾ ਸਰਫੇਸ ਆਫ ਮੈਗਾਸਪੋਰੋਫਿਲ। ਠੀਕ ਹੈ, ਬਿਕੋਜ਼ ਦਾ ਓਵਰੀਜ਼ ਹੈਵ ਸੈਂਟ। ਹੁਣ ਕਹਿੰਦੇ ਕਿ ਜਿਹੜੇ ਮਤਲਬ ਜਿਨ੍ਹਾਂ ਦੇ ਵਿੱਚ ਸੀਡਸ ਆ ਉਹ ਓਵਿਊਲਸ ਕਿੱਦਾਂ ਦੇ ਹੁੰਦੇ, ਨੈਕਡ ਹੁੰਦੇ ਆ। ਫਰੂਟਸ ਦੇ ਅੰਦਰ ਤਾਂ ਹੈ ਹੀ ਨਹੀਂ ਨਾ, ਇਸ ਕਰਕੇ ਉਹ ਨੈਕਡ ਫਾਰਮ ਦੇ ਵਿੱਚ ਹੁੰਦੇ ਆ। ਠੀਕ ਹੈ, ਔਰ ਕਿੱਥੇ ਪ੍ਰੈਜ਼ੈਂਟ ਹੁੰਦੇ ਆ, ਔਨ ਦਾ ਸਰਫੇਸ ਆਫ ਮੈਗਾਸਪੋਰੋਫਿਲ। ਮੈਗਾਸਪੋਰੋਫਿਲ ਹੁੰਦਾ ਫੀਮੇਲ ਪਾਰਟ ਜਿਹੜਾ ਫੀਮੇਲ ਕੋਨ ਹੁੰਦਾ, ਫੀਮੇਲ ਸਪੋਰੋਫਿਲਸ ਹੁੰਦੇ, ਉਹਨਾਂ ਦੇ ਉੱਪਰ ਇਹ ਓਵਿਊਲਸ ਪਾਏ ਜਾਂਦੇ ਜਿਨ੍ਹਾਂ 'ਤੇ ਸੀਡਸ ਹੁੰਦੀਆਂ ਵਾ। ਸੋ ਕਿਉਂ ਇੱਦਾਂ ਹੁੰਦਾ, ਕਿਉਂਕਿ ਓਵਰੀ ਤਾਂ ਨਹੀਂ ਹੁੰਦੀ ਹੈਗੀ ਜਿਹਦੇ ਵਿੱਚ ਐਨਕਲੋਜ਼ ਰਹਿ ਪਾਉਣ, ਇਸ ਕਰਕੇ। ਸੋ ਆਪਾਂ ਇਹਨਾਂ ਨੂੰ ਕੀ ਬੋਲਦੇ ਹਾਂ, ਫੈਨੇਰੋਗੈਮਸ ਬੋਲਦੇ ਹਾਂ। ਫੈਨੇਰੋਗੈਮਸ ਜਿਹੜੇ ਕਿ ਸੀਡ ਤਾਂ ਬੀਅਰ ਕਰਦੇ ਆ ਬਟ ਨੈਕਡ ਸੀਡਸ ਹੈਗੀਆਂ ਵਾ। ਇਹਨਾਂ ਦੀ ਅਗਰ ਆਪਾਂ ਓਰੀਜਨ ਦੀ ਗੱਲ ਕਰੀਏ ਕਿ ਕਿੰਨੇ ਕੁ ਪੁਰਾਣੀ ਹੈਗੀ ਆ, ਕਦੋਂ ਓਰੀਜੀਨੇਟ ਹੋਈ, ਤਾਂ ਕਦੋਂ ਓਰੀਜੀਨੇਟ ਹੋਈ ਇਨ ਦਾ ਪੈਲਿਓਜ਼ੋਇਕ ਈਰਾ। ਰਫਲੀ ਅਬਾਊਟ ਕਿੰਨੇ ਸਾਲ ਪੁਰਾਣੀ ਇਹ, 3 to 5 ਮਿਲੀਅਨਸ ਈਅਰਸ ਐਗੋ, ਕਿ ਇੰਨੇ ਟਾਈਮ ਪਹਿਲਾਂ ਤੋਂ ਇਹ ਪਾਏ ਜਾਂਦੇ ਆ, ਬਹੁਤ ਪੁਰਾਣੇ ਟਾਈਮ ਦੇ ਹੁੰਦੇ ਇਹ। ਸੋ ਦੇ ਆਰ ਮੋਸਟਲੀ ਡੋਮੀਨੈਂਟ ਇਨ ਜੁਰਾਸਿਕ ਐਂਡ ਕ੍ਰੀਟੇਸ਼ੀਅਸ ਫੇਜ਼ ਔਰ ਪੀਰੀਅਡ ਆਫ ਦਾ ਮੋਜ਼ੇਕ ਈਰਾ। ਠੀਕ ਹੈ, ਕਿ ਇਹ ਬਹੁਤ ਪੁਰਾਣਾ ਟਾਈਮ ਸੀ। ਜੁਰਾਸਿਕ ਪੀਰੀਅਡਸ ਦੀ ਗੱਲ ਕੀਤੀ ਗਈ, ਜੁਰਾਸਿਕ ਟਾਈਮ ਦੀ ਗੱਲ ਕੀਤੀ ਹੋਈ ਆ, ਜਦੋਂ ਡਾਇਨਾਸੋਰਸ ਪਾਏ ਜਾਂਦੇ ਸੀਗੇ। ਠੀਕ ਹੈ, ਉਦੋਂ ਇਹ ਪਾਏ ਜਾਂਦੇ ਸੀ। ਹੁਣ ਡਾਇਨਾਸੋਰਸ ਦੀ ਹਾਈਟ ਦੇਖੋ ਕਿੰਨੀ ਜ਼ਿਆਦਾ ਹੁੰਦੀ ਆ, ਕਿੰਨੇ ਲੰਬੇ ਹੁੰਦੇ ਸੀਗੇ ਨਾ ਉਹ। ਸੋ ਉਹਨਾਂ ਦੇ ਅਡੈਪਸ਼ਨ ਦੇ ਕਾਰਨ, ਮਤਲਬ ਉਹਨਾਂ ਦੇ ਤਰੀਕੇ ਦੇ ਅਕੋਰਡਿੰਗ ਹੀ ਇਹ ਪਲਾਂਟਸ ਵੀ ਇਨਵਾਇਰਮੈਂਟ ਨੂੰ ਅਡੈਪਟ ਕਰਕੇ ਬਹੁਤ ਲੰਬੇ ਹੁੰਦੇ ਆ। ਠੀਕ ਹੈ, ਬਹੁਤ ਲੰਬੇ ਹੁੰਦੇ ਆ ਪਲਾਂਟਸ, ਇਹਨਾਂ ਦੀ ਹਾਈਟ ਬਹੁਤ ਜ਼ਿਆਦਾ
ਵੱਧ ਜਾਂਦੀ ਹੈਗੀ ਆ। ਹੁਣ ਟੋਲੈਸਟ ਜ਼ਿਮਨੋਸਪਰਮ ਕਿਹੜਾ? ਸੀਕੁਆ ਸੈਂਪਰਵੀਰੰਸ, ਠੀਕ ਹੈ, ਇਹ ਹੈਗਾ ਆ ਟੋਲੈਸਟ ਜ਼ਿਮਨੋਸਪਰਮ ਸੀਕੁਆ ਦੀਆਂ ਕਾਫੀ ਸਪੀਸ਼ੀਜ਼ ਵੀ ਹੈਗੀਆਂ ਵਾ। ਸਮੋਲੈਸਟ ਜ਼ਿਮਨੋਸਪਰਮ ਕਿਹੜਾ ਸਭ ਤੋਂ ਛੋਟਾ? ਜ਼ੇਮੀਆ, ਠੀਕ ਹੈ, ਇਹਦੀ ਹਾਈਟ ਜਿਹੜੀ ਥੋੜ੍ਹੀ ਛੋਟੀ ਹੁੰਦੀ ਆ। ਲਾਈਫ ਸਪੈਨ ਇਹਨਾਂ ਦਾ ਕਿੰਨਾ ਹੁੰਦਾ, ਕਿੰਨੇ ਸਾਲਾਂ ਤੱਕ ਇਹ ਜੀ ਜਾਂਦੇ ਹੈਗੇ ਆ, ਮਤਲਬ ਮੋਸਟਲੀ 3000 ਈਅਰਸ ਤਾਂ ਇਹਨਾਂ ਦੇ ਕਾਮਨ ਹੀ ਮੰਨੇ ਜਾਂਦੇ ਆ। ਇਸ ਤੋਂ ਵੀ ਜ਼ਿਆਦਾ ਟਾਈਮ ਪੀਰੀਅਡ ਹੋ ਸਕਦਾ ਇਹਨਾਂ ਦਾ, ਮਤਲਬ 3000 ਈਅਰਸ ਤੱਕ ਤਾਂ ਇਹ ਸਰਵਾਈਵ ਕਰ ਹੀ ਜਾਂਦੇ ਆ। ਕਿੱਥੇ ਪਾਏ ਜਾਂਦੇ? ਜ਼ੀਰੋਫਾਈਟਿਕ ਕੰਡੀਸ਼ਨ 'ਚ ਵੀ ਰਹਿ ਲੈਂਦੇ। ਜ਼ੀਰੋਫਾਈਟਿਕ ਮਤਲਬ ਜਿੱਥੇ ਪਾਣੀ ਦੀ ਕਮੀ ਹੋਏ, ਡਰਾਈ ਏਰੀਆ ਦੇ ਵਿੱਚ ਵੀ ਇਹ ਰਹਿ ਲੈਂਦੇ ਹੈਗੇ ਆ, ਜਿੱਥੇ ਕਿ ਪਾਣੀ ਦੀ ਕਮੀ ਹੁੰਦੀ ਆ। ਜਿੱਦਾਂ ਰਾਜਸਥਾਨ ਵਾਲੇ ਏਰੀਆਜ਼ ਹੈਗੇ, ਉੱਥੇ ਵੀ ਕੁਛ ਸਪੀਸ਼ੀਜ਼ ਜਿਹੜੀਆਂ ਹੈਗੀਆਂ ਜ਼ਿਮਨੋਸਪਰਮ ਦੀਆਂ ਉਹ ਪਾਈਆਂ ਜਾਂਦੀਆਂ ਆ, ਠੀਕ ਹੈ। ਹੁਣ ਅਗਰ ਆਪਾਂ ਗੱਲ ਕਰੀਏ, ਹੁਣ ਇਹ ਹੈਗੇ ਕਿ ਮੋਸਟ ਜ਼ਿਮਨੋਸਪਰਮਸ ਕੀ ਹੁੰਦੇ? ਐਵਰਗ੍ਰੀਨ ਪਲਾਂਟ, ਹਮੇਸ਼ਾ ਇਹ ਗ੍ਰੀਨ ਹੀ ਰਹਿੰਦੇ, ਹਮੇਸ਼ਾ ਇਹ ਡਿਵੈਲਪ ਕਰਦੇ ਹੀ ਰਹਿੰਦੇ ਹੈਗੇ ਆ, ਠੀਕ ਹੈ। ਜਿੱਦਾਂ ਕਿ ਇਹ ਟੋਲੈਸਟ ਪਲਾਂਟ ਸੀਕੁਆ ਦੀ ਜਿਹੜੀ ਲੈਂਥ ਹੈ ਬਹੁਤ ਜ਼ਿਆਦਾ ਹੁੰਦੀ ਹੈਗੀ ਆ, ਠੀਕ ਹੈ। ਔਰ ਇਹ ਜਿਹੜੇ ਇੰਨੇ ਲੰਬੇ ਹੁੰਦੇ ਕਿ ਇਹਨਾਂ ਦਾ ਜਿਹੜਾ ਬ੍ਰਾਂਚਡ ਸਟਰਕਚਰ ਹੈ ਉਹ ਵੀ ਇਹਦੇ ਟੌਪ ਦੇ ਆਸ-ਪਾਸ ਪਾਇਆ ਜਾਂਦਾ ਆ, ਠੀਕ ਹੈ। ਔਰ ਬਹੁਤ ਮਜ਼ਬੂਤ ਹੋਣ ਕਰਕੇ ਇਹਨਾਂ ਦੇ ਵਿੱਚੋਂ ਦੀ ਰਸਤੇ ਵੀ ਨਿਕਲ ਸਕਦੇ ਹੈਗੇ। ਹੁਣ ਇਹ ਜਿਹੜੀ ਇਹ ਕਾਰ ਹੈ, ਇਹ ਇਸ ਟਰੀ ਦੇ ਵਿੱਚੋਂ ਦੀ ਨਿਕਲੀ ਹੋਈ ਹੈ, ਠੀਕ ਹੈ, ਨਿਕਲ ਰਹੀ ਹੈ। ਕਿਉਂਕਿ ਇਹ ਜਿਹੜੇ ਹੈਗੇ ਲੰਬੇ ਵੀ ਹੁੰਦੇ ਆ ਔਰ ਇਹਨਾਂ ਨਾਲ ਕੋਈ ਪਰੇਸ਼ਾਨੀ ਵੀ ਨਹੀਂ ਹੁੰਦੀ, ਔਰ ਇਹਨਾਂ ਦੇ ਵਿੱਚ ਜਿਹੜੀ ਸਪੇਸ ਕ੍ਰੀਏਟ ਕਰਕੇ ਕੋਈ ਵੀ ਰਸਤਾ ਬਣਾਇਆ ਜਾ ਸਕਦਾ ਇਹਨਾਂ ਤੋਂ, ਠੀਕ ਹੈ। ਹੁਣ ਇਹ ਜਿਹੜੇ ਜ਼ਿਮਨੋਸਪਰਮਸ ਹੁੰਦੇ ਆ, ਇਹਨਾਂ 'ਚ ਸ਼ਰਬਸ ਜਿਹੜੀਆਂ ਹੈਗੀਆਂ, ਟਰੀਜ਼ ਪਾਏ ਜਾਂਦੇ ਹੈਗੇ, ਛੋਟੇ ਵੀ ਹੁੰਦੇ ਆ ਔਰ ਲੰਬੇ ਵੀ ਹੁੰਦੇ ਆ। ਜਿੱਦਾਂ ਹੁਣ ਆਪਾਂ ਟੋਲੈਸ ਦੀ ਗੱਲ ਕੀਤੀ ਔਰ ਸਮੋਲੈਸ ਦੀ ਵੀ ਗੱਲ ਕੀਤੀ ਨਾ, ਸੋ ਕੁਛ ਟਰੀਜ਼ ਫਾਰਮ 'ਚ ਹੁੰਦੇ ਆ, ਕੁਛ ਹਰਬਸ ਜਾਂ ਸ਼ਰਬਸ ਫਾਰਮ ਦੇ ਵਿੱਚ ਪਾਏ ਜਾਂਦੇ ਹੈਗੇ ਆ। ਫਿਰ ਹੈ ਕਿ ਜਿਹੜੇ ਜ਼ਿਮਨੋਸਪਰਮਸ ਹੈ ਇਹਦੇ ਵਿੱਚ ਟਰੂ ਰੂਟਸ ਔਰ ਲੀਵਸ ਸਟੈਮਸ ਪ੍ਰੈਜ਼ੈਂਟ ਹੁੰਦੀਆਂ। ਪਲਾਂਟ ਸਪੋਰੋਫਾਈਟਿਕ ਕੰਡੀਸ਼ਨ 'ਚ ਹੁੰਦਾ, ਸਪੋਰਸ ਜਿਨ੍ਹਾਂ ਦੇ ਥਰੂ ਅੱਗੇ ਪੋਲੀਨੇਸ਼ਨ ਹੁੰਦੀ ਹੈਗੀ ਆ, ਮੇਲ ਗੈਮੀਟ ਫੀਮੇਲ ਗੈਮੀਟ ਦੀ ਫਿਊਜ਼ਨ ਦੇ ਨਾਲ, ਔਰ ਅੱਗੇ ਨਿਊ ਪਲਾਂਟਸ ਜਿਹੜੇ ਆ ਜ਼ਿਮਨੋਸਪਰਮ ਬਣਦੇ ਆ। ਰੂਟ ਸਿਸਟਮ ਮੇਨਲੀ ਕਿਹੜਾ ਹੁੰਦਾ? ਟੈਪ ਰੂਟ ਸਿਸਟਮ ਹੁੰਦਾ ਆ, ਔਰ ਰੂਟ ਸਿਸਟਮ ਜਿਹੜਾ ਸਿੰਬਾਇਓਟਿਕ ਐਸੋਸੀਏਸ਼ਨ ਕਾਜ਼ ਕਰਦਾ ਆ, ਠੀਕ ਹੈ। ਸਿੰਬਾਇਓਟਿਕ ਐਸੋਸੀਏਸ਼ਨ ਕਾਜ਼ ਕਰਕੇ ਫਾਇਦਾ ਕਰਦਾ, ਆਪਣਾ ਹੀ ਫਾਇਦਾ ਕਰਦਾ ਆ ਕਿ ਇਹਨਾਂ ਨੂੰ ਨਿਊਟਰੀਐਂਟਸ ਪ੍ਰੋਪਰ ਮਿਲ ਸਕਣ। ਹੁਣ ਕਿਹਨਾਂ ਨਾਲ ਸਿੰਬਾਇਓਟਿਕ ਐਸੋਸੀਏਸ਼ਨ ਕਰਦਾ, ਮਤਲਬ ਕਿਹਨਾਂ ਨਾਲ ਜੁਆਇਨ ਕਰਕੇ ਨਿਊਟ੍ਰੀਸ਼ਨ ਵਧਾਉਂਦਾ ਆਪਣੀ? ਸਾਈਕਸ ਜਿਹੜੀ ਹੈਗੀ ਆ ਉਹ ਐਲਗਈ ਦੇ ਨਾਲ ਸਿੰਬਾਇਓਟਿਕ ਐਸੋਸੀਏਸ਼ਨ ਕਰਦੀ ਹੈ, ਔਰ ਪਾਈਨਸ ਜਿਹੜੀ ਆ ਉਹ ਫੰਜਾਈ ਦੇ ਨਾਲ ਕਰਦੀ ਹੈਗੀ ਆ, ਠੀਕ ਹੈ। ਸੋ ਕੋਰੀਲੋਇਡ ਰੂਟਸ ਆਫ ਸਾਈਕਸ ਵਿਦ ਐਲਗੀ, ਐਸੋਸੀਏਸ਼ਨ ਕਿਹਦੀ ਹੁੰਦੀ ਆ? ਕੋਰੀਲੋਇਡ ਰੂਟ ਸਾਈਕਸ ਦੀਆਂ ਕੋਰੀਲੋਇਡ ਰੂਟਸ ਦੀ ਐਲਗੀ ਦੇ ਨਾਲ ਐਸੋਸੀਏਸ਼ਨ ਹੁੰਦੀ ਆ, ਠੀਕ ਹੈ। ਹੁਣ ਜਿਹੜੀਆਂ ਕੋਰੀਲੋਇਡ ਰੂਟਸ ਹੁੰਦੀਆਂ ਇਹ ਕਿਹੜੀਆਂ ਹੁੰਦੀਆਂ ਵਾ? ਉਹ ਰੂਟਸ ਜਿਹੜੀਆਂ ਕਿ ਡਿਵੈਲਪ ਹੋ ਕੇ ਆਪਣੇ ਨਾਲ ਐਲਗੀ ਨੂੰ ਗਰੋ ਹੋਣ ਦਿੰਦੀਆਂ ਵਾ, ਠੀਕ ਹੈ। ਉਹਨਾਂ ਨੂੰ ਅਸੀਂ ਕੋਰੀਲੋਇਡ ਰੂਟਸ ਬੋਲਦੇ ਹਾਂ ਕਿਉਂਕਿ ਇਹਨਾਂ ਨੇ ਐਸੋਸੀਏਸ਼ਨ ਕੀਤੀ ਹੈਗੀ ਕਿਸੇ ਹੋਰ ਦੇ ਨਾਲ, ਠੀਕ ਹੈ, ਆਰਗੇਨਿਜ਼ਮ ਦੇ ਨਾਲ। ਔਰ ਮਾਈਕੋਰਡੀਅਲ ਰੂਟਸ ਆਫ ਪਾਈਨਸ ਵਿਦ ਫੰਜਾਈ, ਠੀਕ ਹੈ। ਹੁਣ ਜਿਹੜੀਆਂ ਪਾਈਨਸ ਪਲਾਂਟ ਹੁੰਦਾ ਉਹਦੀਆਂ ਜਿਹੜੀਆਂ ਰੂਟਸ ਹੁੰਦੀਆਂ ਵਾ, ਮਾਈਕੋਰਡੀਅਲ ਰੂਟਸ, ਉਹਨਾਂ ਦੇ ਨਾਲ ਫੰਜਾਈ ਗਰੋ ਕਰ ਜਾਂਦੀ ਹੈ। ਫੰਜਾਈ ਬਹੁਤ ਦੂਰ ਦੂਰ ਤੱਕ ਫੈਲੀ ਹੁੰਦੀ ਆ ਸੋਇਲ ਦੇ ਅੰਦਰ, ਸੋ ਇਸ ਕਰਕੇ ਫੰਜਾਈ ਜਿਹੜੀ ਹੈਗੀ ਉਹ ਨਿਊਟਰੀਐਂਟਸ ਨੂੰ ਪਲਾਂਟਸ ਤੱਕ ਪਹੁੰਚਾਉਂਦੀ ਆ ਤਾਂ ਕਿ ਪਲਾਂਟਸ ਜਿਹੜੇ ਆ ਉਹ ਗਰੋ ਕਰ ਪਾਉਣ, ਠੀਕ ਹੈ। ਇਸ ਤਰੀਕੇ ਨਾਲ ਸਿੰਬਾਇਓਟਿਕ ਐਸੋਸੀਏਸ਼ਨ ਕਰਕੇ ਗਰੋ ਕਰਦੇ ਆ। ਹੁਣ ਇਹਨਾਂ ਦੀਆਂ ਕੁਛ ਐਗਜ਼ਾਮਪਲਸ ਹੈ ਜ਼ਿਮਨੋਸਪਰਮਸ ਦੀਆਂ, ਕਿਹੜੀਆਂ ਹੈ? ਜ਼ੇਮੀਆ ਜਿਹੜਾ ਸਮੋਲੈਸਟ ਪਲਾਂਟ ਅਸੀਂ ਕਿਹਾ, ਠੀਕ ਹੈ। ਥੂਜਾ ਬਾਰੇ ਵੀ ਪੜ੍ਹਾਂਗੇ। ਪੋਡੋਕਾਰਪਸ ਹੋ ਗਿਆ, ਠੀਕ ਹੈ। ਗਿੰਕਗੋ ਬਿਲੋਬਾ, ਇਹਦੀ ਯੈਲੋ ਕਲਰ ਦੀਆਂ ਲੀਵਸ ਹੁੰਦੀਆਂ, ਔਰ ਇਹ ਲੀਵਸ ਜਿਹੜੀਆਂ ਹੈਗੀਆਂ ਮਤਲਬ ਜਦੋਂ ਗਿਰ ਜਾਂਦੀਆਂ, ਲੀਵ ਫਾਲ ਹੁੰਦਾ ਆ, ਉਦੋਂ ਬਹੁਤ ਦੇਖਣ 'ਚ ਸੁੰਦਰ ਲੱਗਦੀਆਂ ਆ। ਅਰਾਕੇਰੀਆ, ਪਾਈਨਸ ਹੋ ਗਿਆ, ਸਾਈਕਸ, ਥੂਜਾ ਹੋ ਗਿਆ, ਟੈਕਸਸ ਹੋ ਗਿਆ, ਠੀਕ ਹੈ। ਟੈਕਸਸ 'ਚ ਜਿਹੜੇ ਫਰੂਟ ਆ ਉਹਦੀਆਂ ਸੀਡਸ ਸਾਨੂੰ ਇੱਦਾਂ ਦਿਖਾਈ ਦਿੰਦੀਆਂ, ਇਹਦੇ ਬਾਰੇ ਅੱਗੇ ਦੇਖਾਂਗੇ। ਇਹ ਹੈ ਗਿੰਕਗੋ ਦੀ ਅਲੱਗ ਸਪੀਸ਼ੀਜ਼ ਹੈ, ਠੀਕ ਹੈ। ਸੋ ਇਸ ਤਰੀਕੇ ਨਾਲ ਇਹ ਕਈ ਸਾਰੀਆਂ ਜ਼ਿਮਨੋਸਪਰਮਸ ਜਿਹੜੇ ਹੈਗੇ ਉਹ ਪਾਏ ਜਾਂਦੇ ਹੈਗੇ। ਇਹਨਾਂ ਦੀਆਂ ਕਾਫੀ ਸਾਰੇ ਜਿਹੜੇ ਹੈਗੇ ਆ ਉਹ ਫਾਇਦੇ ਵੀ ਹੁੰਦੇ ਹੈਗੇ ਆ, ਜਿਹੜੇ ਆਪਾਂ ਅੱਗੇ ਇਕਨੋਮਿਕ ਇੰਪੋਰਟੈਂਸ ਦੇ ਵਿੱਚ ਕਰਾਂਗੇ। ਸੋ ਨੈਕਸਟ ਕਰਦੇ ਹਾਂ ਕਿ ਜਿਹੜੀ ਇਹਨਾਂ ਦੀਆਂ ਸਟੈਮਸ ਹੁੰਦੀਆਂ, ਹੁਣ ਆਪਾਂ ਰੂਟਸ ਦੀ ਤਾਂ ਗੱਲ ਕਰ ਲਈ ਕਿ ਰੂਟਸ ਟੈਪ ਰੂਟ ਸਿਸਟਮ 'ਚ ਹੁੰਦਾ ਔਰ ਕੀ ਕਰਦਾ ਆ? ਸਿੰਬਾਇਓਟਿਕ ਐਸੋਸੀਏਸ਼ਨ ਕਾਜ਼ ਕਰਦਾ ਆ। ਜਿਹੜੀਆਂ ਸਟੈਮਸ ਹੁੰਦੀਆਂ ਏਰੀਅਲ, ਇਰੈਕਟ, ਵੁਡੀ, ਬ੍ਰਾਂਚ ਜਾਂ ਅਨਬ੍ਰਾਂਚਡ ਫਾਰਮ 'ਚ ਹੋ ਸਕਦੀਆਂ ਹੈਗੀਆਂ, ਠੀਕ ਹੈ। ਏਰੀਅਲ ਸਿੱਧੀਆਂ ਜਾਂਦੀਆਂ, ਏਰੀਅਲ ਪਾਰਟਸ 'ਤੇ ਹੁੰਦੀਆਂ ਔਰ ਸਿੱਧੀਆਂ ਜਾਂਦੀਆਂ ਹੈਗੀਆਂ, ਠੀਕ ਹੈ। ਫਿਰ ਹੈ ਕਿ
ਵੁੱਡੀ ਹੁੰਦੀਆਂ। ਬ੍ਰਾਂਚ ਕਿਹੜੇ ਪਲਾਂਟਸ 'ਚ ਹੁੰਦੀਆਂ? ਪਾਈਨਸ ਜਾਂ ਸੀਡਰਸ ਦੇ ਵਿੱਚ ਬ੍ਰਾਂਚ ਫਾਰਮ 'ਚ ਹੁੰਦੀਆਂ, ਮਤਲਬ ਬ੍ਰਾਂਚ ਵਰਗਾ ਸਟਰਕਚਰ ਬਣਾਉਂਦੀਆਂ ਹੈਗੀਆਂ। ਔਰ ਅਨਬ੍ਰਾਂਚਡ ਅਲੱਗ-ਅਲੱਗ ਕਿੱਧਰ ਹੁੰਦੀਆਂ ਹੈਗੀਆਂ? ਸਾਈਕਸ ਜਾਂ ਜ਼ੀਮੀਆ ਦੇ ਵਿੱਚ, ਠੀਕ ਹੈ। ਸਾਈਕਸ ਔਰ ਜ਼ੀਮੀਆ ਦੇ ਵਿੱਚ ਅਨਬ੍ਰਾਂਚਡ ਫਾਰਮ 'ਚ ਹੁੰਦੀਆਂ, ਅਲੱਗ-ਅਲੱਗ ਹੁੰਦੀਆਂ ਵਾ ਇਹ, ਠੀਕ ਹੈ। ਹੁਣ ਲੀਵਸ ਦੀ ਗੱਲ ਕਰੀਏ ਤਾਂ ਲੀਵਸ ਜਿਹੜੀਆਂ ਹੁੰਦੀਆਂ ਪਾਈਨੇਟ ਲੀਵਸ ਹੋ ਸਕਦੀਆਂ, ਠੀਕ ਹੈ। ਕਈ ਸਾਲਾਂ ਤੱਕ ਜਿਹੜੀਆਂ ਸਰਵਾਈਵ ਕਰ ਸਕਦੀਆਂ ਹੈਗੀਆਂ ਪਾਈਨੇਟਲੀ ਲੀਵਸ ਜਿਹੜੀਆਂ ਹੁੰਦੀਆਂ। ਸਾਈਕਸ ਦੇ ਵਿੱਚ ਇਹ ਪਾਈਆਂ ਜਾਂਦੀਆਂ, ਪਤਲੀਆਂ ਪਤਲੀਆਂ ਔਰ ਕਾਫੀ ਲੰਬੀਆਂ ਲੰਬੀਆਂ ਹੁੰਦੀਆਂ। ਹੁਣ ਇਹ ਠੰਡੇ ਏਰੀਆ ਦੇ ਵਿੱਚ ਪਾਈਆਂ ਜਾਂਦੀਆਂ। ਹੁਣ ਉੱਧਰ ਤਾਂ ਜਿਹੜਾ ਹਿਊਮਿਡਿਟੀ ਵਗੈਰਾ ਘੱਟ ਹੁੰਦੀ ਆ ਔਰ ਹਵਾ ਜ਼ਿਆਦਾ ਹੁੰਦੀ ਆ। ਹਵਾ ਦੇ ਨਾਲ ਇਹ ਫਟ ਵੀ ਸਕਦੀਆਂ, ਅਗਰ ਤਾਂ ਜਿੱਦਾਂ ਇੱਧਰਲੇ ਨੋਰਮਲ ਮੈਂਗੋ ਟਰੀਜ਼ ਦੀਆਂ ਲੀਵਸ ਵਰਗੀਆਂ ਹੋਣਗੀਆਂ ਤਾਂ ਉਹ ਜਲਦੀ ਫਟ ਜਾਣਗੀਆਂ। ਇਸ ਕਰਕੇ ਤਿੱਖੀਆਂ ਤਿੱਖੀਆਂ ਹੁੰਦੀਆਂ ਔਰ ਲੰਬੀਆਂ ਹੁੰਦੀਆਂ, ਜਿਹੜਾ ਕਿ ਹਵਾ ਇਹਨਾਂ ਨੂੰ ਖਰਾਬ ਨਾ ਕਰ ਸਕੇ, ਠੀਕ ਹੈ, ਪਾਸ ਕਰ ਜਾਂਦੀ ਇਹਨਾਂ ਨੂੰ ਬਿਨਾਂ ਨੁਕਸਾਨ ਪਹੁੰਚਾਏ। ਸਿੰਪਲ ਔਰ ਕੰਪਾਊਂਡ ਫਾਰਮ 'ਚ ਵੀ ਹੋ ਸਕਦੀਆਂ ਹੈਗੀਆਂ, ਠੀਕ ਹੈ। ਇਕੱਠੀਆਂ ਵੀ ਲੱਗ ਸਕਦੀਆਂ, ਇੱਦਾਂ ਛੋਟੀਆਂ ਛੋਟੀਆਂ ਇਸ ਤਰੀਕੇ ਨਾਲ ਇਕੱਠੀਆਂ ਵੀ ਗਰੋ ਕਰ ਸਕਦੀਆਂ ਹੈਗੀਆਂ, ਠੀਕ ਹੈ। ਨੀਡਲ ਸ਼ੇਪ ਦੀਆਂ ਹੁੰਦੀਆਂ ਆ ਗਈਆਂ ਨਾ, ਤਿੱਖੀਆਂ ਹੁੰਦੀਆਂ ਆ ਔਰ ਨੀਡਲ ਸ਼ੇਪ ਦੀਆਂ ਹੋਣ ਕਰਕੇ ਇਹਨਾਂ ਦਾ ਕੀ ਹੁੰਦਾ ਹੈ? ਸਰਫੇਸ ਏਰੀਆ ਘੱਟ ਹੁੰਦਾ ਆ, ਠੀਕ ਹੈ। ਜਿਹਦੀ ਵਜ੍ਹਾ ਨਾਲ ਇਹਨਾਂ ਦੇ ਵਿੱਚੋਂ ਜ਼ਿਆਦਾ ਵਾਟਰ ਲੋਸ ਵੀ ਨਹੀਂ ਹੋ ਸਕਦਾ ਟਰਾਂਸਪੀਰੇਸ਼ਨ ਦੇ ਥਰੂ। ਕੋਰਨੀਫਰਸ 'ਚ ਪਾਈਆਂ ਜਾਂਦੀਆਂ ਆ ਨੀਡਲ ਸ਼ੇਪ। ਔਰ ਇਹਨਾਂ 'ਚ ਕੀ ਹੁੰਦੇ? ਥਿਕ ਕਿਊਟੀਕਲ ਔਰ ਸਨਕਨ ਸਟੋਮੈਟਾ ਹੁੰਦੇ ਹੈਗੇ ਆ। ਥਿਕ ਕਿਊਟੀਕਲ ਲੇਅਰ, ਲੀਫ ਦੇ ਉੱਪਰ ਇੱਕ ਜਿਹੜੀ ਵੈਕਸੀ ਲੇਅਰ ਪਾਈ ਜਾਂਦੀ ਆ ਜਿਹੜੀ ਕਿ ਟਰਾਂਸਪੀਰੇਸ਼ਨ ਰੇਟ ਨੂੰ ਘਟਾ ਦਿੰਦੀ ਆ ਕਿ ਵਾਟਰ ਲੋਸ ਨਾ ਹੋ ਸਕੇ, ਠੀਕ ਹੈ। ਸਨਲਾਈਟ ਦੀ ਪ੍ਰੈਜ਼ੈਂਸ 'ਚ ਐਕਸਟ੍ਰੀਮ ਟੈਂਪਰੇਚਰ 'ਚ ਰਹਿ ਲੈਂਦੀਆਂ, ਵੈਲ ਅਡੈਪਟਡ ਹੁੰਦੀਆਂ। ਹਿਊਮਿਡਿਟੀ ਜਾਂ ਵਿੰਡ ਦੇ ਵਿੱਚ ਵੀ ਇਹ ਸਰਵਾਈਵ ਕਰ ਜਾਂਦੀਆਂ। ਹਿਊਮਿਡਿਟੀ ਘੱਟ ਹੋਈ ਔਰ ਵਿੰਡ ਜ਼ਿਆਦਾ ਹੋਈ ਤਾਂ ਵੀ ਸਰਵਾਈਵ ਕਰ ਜਾਂਦੀਆਂ। ਫਿਰ ਹੈ ਕਿ ਇਹਨਾਂ 'ਚ ਵਾਸਕੂਲਰ ਟਿਸ਼ੂਜ਼ ਪ੍ਰੈਜ਼ੈਂਟ ਹੁੰਦੇ। ਵਾਸਕੂਲਰ ਬੰਡਲ 'ਚ ਮਤਲਬ ਜ਼ਾਈਲਮ ਫਲੋਇਮ ਹੁੰਦੀ ਹੈ, ਪ੍ਰੈਜ਼ੈਂਟ ਹੁੰਦੇ ਆ। ਵਾਸਕੂਲਰ ਪਲਾਂਟ ਹੈਗੇ ਆ ਇਹ। ਹੁਣ ਬਟ ਜ਼ਾਈਲਮ 4 ਤਰ੍ਹਾਂ ਦੇ ਟਿਸ਼ੂਜ਼ ਨਾਲ ਮਿਲ ਕੇ ਬਣਦਾ, ਉਹਨਾਂ ਦੇ ਵਿੱਚ ਵੈਜ਼ਲਸ ਨਹੀਂ ਹੁੰਦੀਆਂ। ਕੁਛ ਗਨੈਟੋਫਾਈਟਸ ਨੂੰ ਛੱਡ ਕੇ ਜ਼ਿਆਦਾਤਰ ਜ਼ਾਈਲਮ ਵੈਜ਼ਲਸ ਨਹੀਂ ਪ੍ਰੈਜ਼ੈਂਟ ਹੁੰਦੀਆਂ। ਔਰ ਫਲੋਇਮ ਦੇ ਵਿੱਚ ਕੰਪੈਨੀਅਨ ਸੈਲਸ ਔਰ ਸੀਵ ਟਿਊਬਸ ਨਹੀਂ ਹੁੰਦੀਆਂ ਪ੍ਰੈਜ਼ੈਂਟ, ਉਹਨਾਂ ਤੋਂ ਬਿਨਾਂ ਹੀ ਇਹ ਕੰਮ ਕਰਦੇ ਹੈਗੇ ਆ। ਫਿਰ ਹੈ ਕਿ ਜ਼ਿਮਨੋਸਪਰਮ ਕੀ ਹੁੰਦੇ? ਹੀਟੀਰੋਸਪੋਰਸ ਹੁੰਦੇ ਆ, ਠੀਕ ਹੈ। ਇਹਨਾਂ ਦੇ ਵਿੱਚ ਸਪੋਰਸ ਅਲੱਗ-ਅਲੱਗ ਤਰ੍ਹਾਂ ਦੇ ਪ੍ਰੈਜ਼ੈਂਟ ਹੁੰਦੇ ਆ। ਆਪਾਂ ਪਹਿਲਾਂ ਵੀ ਪੜ੍ਹਿਆ ਨਾ, ਸਪੋਰੋਫਾਈਟਿਕ ਕੰਡੀਸ਼ਨ 'ਚ ਪ੍ਰੈਜ਼ੈਂਟ ਹੁੰਦਾ ਆ। ਸੋ ਸਪੋਰੋਫਾਈਟਸ ਇਹਦੇ ਵਿੱਚ ਪ੍ਰੈਜ਼ੈਂਟ ਹੈਗੇ ਆ ਔਰ ਹੀਟੀਰੋਸਪੋਰਸ ਹੁੰਦੇ ਆ। ਹੀਟੀਰੋਸਪੋਰਸ ਦੇ ਵਿੱਚ ਹੈਪਲੋਇਡ ਔਰ ਹੈਪਲੋਇਡ ਮਾਈਕਰੋਸਪੋਰ ਹੈ, ਹੈਪਲੋਇਡ ਮੈਗਾਸਪੋਰ ਹੈ, ਠੀਕ ਹੈ। ਸਪੋਰ ਫਾਰਮ 'ਚ ਕੀ ਹੈ? ਹੈਪਲੋਇਡ ਆ ਜਾਂਦਾ, ਇਸ ਤੋਂ ਬਾਅਦ ਇਹ ਡਿਪਲੋਇਡ ਬਣ ਜਾਂਦਾ ਹੈ, ਠੀਕ ਹੈ। ਸੋ ਹੈਪਲੋਇਡ ਮਾਈਕਰੋਸਪੋਰਸ ਪ੍ਰੈਜ਼ੈਂਟ ਹੁੰਦੇ ਔਰ ਮੈਗਾਸਪੋਰਸ ਪ੍ਰੈਜ਼ੈਂਟ ਹੁੰਦੇ। ਮਾਈਕਰੋ ਮਤਲਬ ਇਹ ਮੇਲ 'ਚ ਹੁੰਦੇ, ਮੈਗਾਸਪੋਰ ਜਿਹੜੇ ਹੈਗੇ ਫੀਮੇਲ ਦੇ ਵਿੱਚ ਪਾਏ ਜਾਂਦੇ ਆ, ਠੀਕ ਹੈ। ਸੋ ਇਹ ਕਿਹਦੇ ਵਿੱਚ ਪ੍ਰੋਡਿਊਸ ਹੁੰਦੇ? ਸਪੋਰੈਂਜੀਆ ਦੇ ਵਿੱਚ। ਸਪੋਰੈਂਜੀਆ ਕਿਹਦੇ 'ਤੇ ਬੌਂਡ ਹੁੰਦੇ? ਸਪੋਰੋਫਿਲਸ। ਜਿੱਦਾਂ ਆਪਾਂ ਪਿੱਛੇ ਵੀ ਟੈਰੀਡੋਫਾਈਟਸ 'ਚ ਪੜ੍ਹਿਆ ਸੀ ਕਿ ਲੀਵਸ ਜਿਹੜੀਆਂ ਪਤਲੀਆਂ ਪਤਲੀਆਂ ਹੁੰਦੀਆਂ ਉਹਨਾਂ ਦੇ ਵਿੱਚ ਇਸ ਤਰੀਕੇ ਨਾਲ ਸਪੋਰੈਂਜੀਆ ਬਣੇ ਹੁੰਦੇ ਆ, ਜਿਨ੍ਹਾਂ 'ਚ ਸਪੋਰੋਫਿਲਸ ਛੋਟੇ ਛੋਟੇ ਪ੍ਰੈਜ਼ੈਂਟ ਹੁੰਦੇ ਆ, ਠੀਕ ਹੈ। ਉਹਨਾਂ ਤੋਂ ਹੀ ਅੱਗੇ ਕੋਨਜ਼ ਜਾਂ ਸਟ੍ਰੋਬੇਲਾਈ ਵਰਗਾ ਸਟਰਕਚਰ ਬਣ ਜਾਂਦਾ ਹੈਗਾ, ਠੀਕ ਹੈ। ਹੁਣ ਅਗਰ ਤਾਂ ਇਹ ਮੇਲ ਦੇ ਵਿੱਚ ਪ੍ਰੈਜ਼ੈਂਟ ਆ ਕੋਨਜ਼, ਤਾਂ ਉਹਨੂੰ ਮੇਲ ਕੋਨ ਜਾਂ ਪੋਲਨ ਕੋਨ ਕਿਹਾ ਜਾਏਗਾ, ਕਿਉਂਕਿ ਪੋਲਨ ਗ੍ਰੇਨਸ ਬਣਾਉਂਦੇ, ਸੋ ਪੋਲਨ ਕੋਨ ਕਹਿ ਸਕਦੇ ਹਾਂ। ਮਾਈਕਰੋਫਿਲਸ ਔਰ ਮਾਈਕਰੋਸਪੋਰੈਂਜੀਆ ਹੋ ਸਕਦੀ ਹੈ ਇਹ, ਠੀਕ ਹੈ, ਮੇਲ ਦੇ ਵਿੱਚ। ਹੁਣ ਅਗਰ ਆਪਾਂ ਮੇਲ ਦੀ ਹੀ ਗੱਲ ਕਰੀਏ ਤਾਂ ਮੇਲ ਦੇ ਵਿੱਚ ਇਹ ਕੇਸ ਫਾਰਮ 'ਚ ਬਣਦੇ ਹੈਗੇ ਆ, ਇਹ ਬਣਦੇ ਆ ਪੋਲਨ ਗ੍ਰੀਨ ਫਾਰਮ ਦੇ ਵਿੱਚ, ਠੀਕ ਹੈ। ਸੋ ਅੱਗੇ ਆਪਾਂ ਦੇਖਦੇ ਹਾਂ ਉਸੇ ਬਾਰੇ। ਇਹ ਦੇਖੋ, ਪਹਿਲੇ ਦੇਖਦੇ ਹਾਂ, ਉਸ ਤੋਂ ਬਾਅਦ ਫਿਗਰਸ ਤੋਂ ਕਰਾਂਗੇ। ਸੋ ਜਿਹੜੇ ਉਹ ਪੋਲਨ ਕੋਨ ਹੁੰਦੇ ਆ ਉਹਨਾਂ 'ਚ ਮਾਈਕਰੋਸਪੋਰਸ ਆ ਜਾਂਦੇ ਆ, ਠੀਕ ਹੈ। ਮਾਈਕਰੋਸਪੋਰਸ ਜਿਹੜੇ ਹੈਗੇ ਉਹ ਮੇਲ ਗੈਮੀਟੋਫਾਈਟ 'ਚ ਡਿਵੈਲਪ ਹੁੰਦੇ ਆ, ਉਹਦੇ ਵਿੱਚ ਕੁਛ ਕੁ ਹੀ ਸੈਲਸ ਪ੍ਰੈਜ਼ੈਂਟ ਹੁੰਦੇ ਆ ਔਰ ਇਹਨਾਂ ਦੇ ਵਿੱਚ ਕੀ ਬਣਦੇ ਹੈਗੇ ਆ? ਮਾਈਕਰੋਸਪੋਰੈਂਜੀਆ ਵਗੈਰਾ ਦੇ ਵਿੱਚ ਕੀ ਬਣਦੇ? ਪੋਲਨ ਗ੍ਰੇਨਸ ਬਣਦੇ ਹੈਗੇ, ਠੀਕ ਹੈ। ਇਹ ਤਾਂ ਆਪਾਂ ਗੱਲ ਕਰ ਲਈ ਮੇਲ ਦੀ। ਫੀਮੇਲ ਦੇ ਵਿੱਚ ਕੀ ਹੁੰਦਾ? ਫੀਮੇਲ ਦੇ ਵਿੱਚ ਅੱਗੇ ਜਿਹੜੇ ਹੈਗੇ ਆ ਉਹ ਫੀਮੇਲ ਕੋਨ ਜਿਹੜੇ ਪ੍ਰੈਜ਼ੈਂਟ ਹੁੰਦੇ ਹੈਗੇ ਆ, ਠੀਕ ਹੈ। ਫੀਮੇਲ ਕੋਨ ਨੂੰ ਅਸੀਂ ਸੀਡ ਕੋਨ ਵੀ ਕਹਿ ਦਿੰਦੇ ਹਾਂ, ਕਿਉਂਕਿ ਸੀਡਸ ਪ੍ਰੈਜ਼ੈਂਟ ਹੁੰਦੀਆਂ ਨਾ, ਸੀਡਸ ਬਣਦੀਆਂ ਉਹਦੇ ਵਿੱਚ, ਇਸ ਕਰਕੇ। ਪਹਿਲੇ ਫਿਗਰ ਦੇਖ ਲੈਂਦੇ ਇੱਕ ਵਾਰ। ਜਿੱਦਾਂ ਇਹ ਲੀਵਸ ਦਿਖਾਈਆਂ ਹੋਈਆਂ, ਠੀਕ ਹੈ। ਆਪਾਂ ਪਿੱਛੇ ਵੀ ਕਰਕੇ ਹਟੇ ਕਿ ਲੀਵਸ ਕਈ ਤਰ੍ਹਾਂ ਦੀਆਂ ਹੁੰਦੀਆਂ, ਜਿੱਦਾਂ ਐਵਰਗ੍ਰੀਨ ਲੀਵਸ ਇਸ ਤਰੀਕੇ ਦੀਆਂ, ਕੁਝ ਫਲੈਕਸੀਬਲ ਫਾਰਮ 'ਚ ਪਤਲੀਆਂ ਪਤਲੀਆਂ ਦਿਖਾਈ ਦਿੰਦੀਆਂ, ਟਵਿਸਟਡ ਫਾਰਮ 'ਚ ਆ, ਬ੍ਰਿਟਲ ਫਾਰਮ 'ਚ ਹੈਗੀਆਂ ਵਾ, ਠੀਕ ਹੈ, ਜਿੱਦਾਂ ਟੁੱਟੀ ਹੁੰਦੀ ਹੈ ਇਸ ਤਰੀਕੇ ਨਾਲ। ਸਟਫਡ ਫਾਰਮ 'ਚ ਆ, ਸੌਫਟ ਹੁੰਦੀਆਂ ਵਾ ਔਰ ਡਾਇਓਸ਼ੀਅਸ ਵੀ ਹੁੰਦੀਆਂ ਹੈਗੀਆਂ, ਠੀਕ ਹੈ। ਮੋਨੋਸ਼ੀਅਸ ਡਾਇਓਸ਼ੀਅਸ ਦੀ ਆਪਾਂ ਗੱਲ ਕਰਾਂਗੇ। ਡਾਇਓਸ਼ੀਅਸ ਫਾਰਮ ਦੇ ਵਿੱਚ ਪ੍ਰੈਜ਼ੈਂਟ ਹੁੰਦੀਆਂ ਲੀਵਸ, ਠੀਕ ਹੈ। ਸੋ ਕਈ ਤਰ੍ਹਾਂ ਦੀਆਂ ਲੀਵਸ ਦਿਖਾਈ ਦਿੰਦੀਆਂ। ਇਸ ਤੋਂ ਬਾਅਦ ਆਉਂਦੇ ਹੈਗੀਆਂ, ਆਪਾਂ ਫਰੂਟਸ ਦੀ ਗੱਲ ਕਰ ਰਹੇ ਸੀ, ਠੀਕ ਹੈ। ਇਸ ਦੇ ਵਿੱਚ ਆਪਾਂ ਫਿਗਰ ਦੇ ਵਿੱਚ ਇਹ ਦੇਖਿਆ ਸੀ ਟੈਕਸਸ ਦਾ ਪਲਾਂਟ, ਠੀਕ ਹੈ। ਟੈਕਸਸ ਦੇ ਪਲਾਂਟ ਦੇ ਵਿੱਚ ਆਪਾਂ ਫਰੂਟਸ ਦੀ ਗੱਲ ਕਰ ਰਹੇ ਸੀ, ਸੋ ਉਹੀ ਅੱਗੇ ਫਿਗਰ ਹੈ ਕਿ ਜਿਹੜਾ ਇਹ ਫਲੈਸ਼ੀ ਫਰੂਟਸ ਆ ਜ਼ਿਮਨੋਸਪਰਮ ਟੈਕਸਸ ਦੇ, ਠੀਕ ਹੈ। ਇਹਦੇ ਵਿੱਚ ਦੇਖੋ ਫਰੂਟਸ ਦੇ ਵਿੱਚ ਸੀਡਸ ਪਾਈਆਂ ਜਾਂਦੀਆਂ, ਸੀਡਸ ਨੂੰ ਅਸੀਂ ਦੇਖ ਸਕਦੇ ਹੈਗੇ ਹਾਂ, ਠੀਕ ਹੈ। ਸੋ ਉਸ ਤੋਂ ਅੱਗੇ ਆਉਂਦੇ ਹਾਂ
कि ਆਪਾਂ ਕਿਹਾ कि मेल और फीमेल कोन अलग अलग प्रेजेंट होंगे, ठीक है। मेल कोन इस तरीके के दिखाई देंगे, फीमेल कोन इस तरीके के दिखाई देंगे, ठीक है। मेल कोन ते ਜਿਹੜੇ छोटे छोटे स्ट्रक्चर दिखाई दे रहे हैं ਇਹ सच माइक्रोस्कोपिक होंगे, इन्होंने ਅਸੀਂ ਪੋਲਨ ਗ੍ਰੇਨ ਕਹਿ ਦਿੰਦੇ ਹੈਗੇ ਆ। मतलब ਪ੍ਰੋਪਰ ਅਸੀਂ ਦੇਖੀਏ ਤਾਂ ਇਹਨਾਂ ਦੇ ਵਿੱਚ ਮੇਲ ਗੈਮੀਟ ਪਾਏ ਜਾਂਦੇ ਆ ਨਾ, ਸੋ ਇਹ ਪੋਲਨ ਗ੍ਰੇਨ ਹੁੰਦੇ ਆ। ਫੀਮੇਲ ਦੇ ਵਿੱਚ ਕੀ ਬਣਦੀਆਂ, ਸੀਡਸ ਫਾਰਮ ਹੁੰਦੀਆਂ ਆ, ਠੀਕ ਹੈ। ਸੋ ਆਪਾਂ ਇਹੀ ਕਰ ਰਹੇ ਸੀ, ਫੀਮੇਲ ਕੋਨ ਦੀ ਗੱਲ ਕਰਦੇ ਹਾਂ। ਫੀਮੇਲ ਦੇ ਵਿੱਚ ਕੀ ਹੁੰਦੀ ਆ, ਮੈਗਾਸਪੋਰ ਮਦਰ ਸੈਲਸ ਹੁੰਦੇ ਹੈਗੇ ਆ, ਮਿਓਸਿਸ ਕੋਜ਼ ਕਰਕੇ ਮੈਗਾਸਪੋਰ ਬਣਾਉਂਦੇ ਹੈਗੇ ਆ, ਠੀਕ ਹੈ। ਸੋਰੀ ਪਿੱਛੇ ਸੀ ਇਸ ਤੋਂ ਆਪਾਂ ਇਹ ਵਾਲੀ ਕਰ ਰਹੇ ਸੀ। ਸਟ੍ਰੋਬੀਲਾਈ ਔਰ ਕੋਨ ਮੈਗਾਸਪੋਰੋਫਾਈਲ ਫੀਮੇਲ 'ਚ ਹੁੰਦੇ ਆ, ਮੈਗਾਸਪੋਰੈਂਜੀਆ ਵੀ ਕਹਿੰਦੇ ਆ, ਫੀਮੇਲ ਕੋਨ ਔਰ ਸੀਡ ਕੋਨ ਬਣ ਜਾਂਦੇ ਇਹ, ਠੀਕ ਹੈ। ਪਲਾਂਟਸ ਕਿਹੜੇ ਹੁੰਦੇ ਇਹਦੇ ਵਿੱਚ, ਮੋਨੋਸ਼ੀਅਸ ਔਰ ਡਾਇਓਸ਼ੀਅਸ, ਠੀਕ ਹੈ। ਮੋਨੋਸ਼ੀਅਸ ਦਾ ਮਤਲਬ ਮੋਨੋ ਮੀਨਸ ਹੁੰਦਾ ਇੱਕ, ਕਿ ਇੱਕ ਹੀ ਸੇਮ ਹੀ ਪਲਾਂਟ ਦੇ ਉੱਪਰ ਮੇਲ ਔਰ ਫੀਮੇਲ ਪਾਰਟ ਪਾਏ ਜਾਂਦੇ ਆ, ਉਹਨੂੰ ਅਸੀਂ ਬੋਲਦੇ ਮੋਨੋਸ਼ੀਅਸ ਪਲਾਂਟ। ਪਾਈਨਸ ਇਹਦੀ ਐਗਜ਼ਾਮਪਲ ਹੈ। ਡਾਇਓਸ਼ੀਅਸ ਪਲਾਂਟਸ 'ਚ ਕੀ ਹੁੰਦਾ ਆ, ਮੇਲ ਔਰ ਫੀਮੇਲ। ਡਾਇਓਸ਼ੀਅਸ ਮਤਲਬ ਡਾਈ ਮੀਨਸ ਦੋ, ਠੀਕ ਹੈ, ਕਿ ਦੋ ਅਲੱਗ ਅਲੱਗ ਪਲਾਂਟਸ ਆ, ਉਹਨਾਂ ਦੇ ਉੱਪਰ ਦੋਨਾਂ ਦੇ ਉੱਪਰ ਅਲੱਗ ਅਲੱਗ ਮੇਲ ਅਲੱਗ ਅਲੱਗ ਫੀਮੇਲ ਪਾਰਟ ਪਾਏ ਜਾਂਦੇ ਆ। ਮਤਲਬ ਕਿ ਇੱਕ ਪਲਾਂਟ ਦੇ ਉੱਪਰ ਮੇਲ ਪਾਰਟ, ਇੱਕ ਪਾਰਟ ਦੇ ਉੱਪਰ ਫੀਮੇਲ, ਇੱਕ ਟਰੀ ਦੇ ਉੱਪਰ ਫੀਮੇਲ ਪਲਾਂਟ ਅਲੱਗ ਅਲੱਗ ਪਾਏ ਜਾਂਦੇ, ਇਹਨਾਂ ਨੂੰ ਡਾਇਓਸ਼ੀਅਸ ਬੋਲਦੇ, ਜਿੱਦਾਂ ਸਾਈਕਸ ਹੋ ਗਿਆ, ਠੀਕ ਹੈ। ਇਹ ਕੀ ਹੁੰਦੇ, ਡਾਇਓਸ਼ੀਅਸ ਪਲਾਂਟ। ਹੁਣ ਅੱਗੇ ਕਰ ਰਹੇ ਸੀ ਆਪਾਂ ਕਿ ਹੁਣ ਅਗਰ ਫੀਮੇਲ ਮੇਲ ਦਾ ਤਾਂ ਆਪਾਂ ਕਰ ਲੈਣਾ ਕਿ ਮਾਈਕਰੋਸਪੋਰਸ ਪ੍ਰੈਜੈਂਟ ਹੁੰਦੇ ਆ। ਮਾਈਕਰੋਸਪੋਰਸ ਤੋਂ ਅੱਗੇ ਮਾਈਕਰੋਸਪੋਰੈਂਜੀਆ ਦੇ ਵਿੱਚ ਬਣਦੇ ਹੈਗੇ ਆ, ਪੋਲਨ ਗ੍ਰੇਨਸ ਬਣਦੇ ਆ। ਸੋ ਉੱਦਾਂ ਹੀ ਜਿਹੜੇ ਮੈਗਾਸਪੋਰ ਮਦਰ ਸੈਲਸ MMCs ਹੁੰਦੇ ਆ, ਉਹ ਮਿਓਸਿਸ ਕਾਜ਼ ਕਰਦੇ ਆ ਅਤੇ 4 ਮੈਗਾਸਪੋਰ ਬਣਾਉਂਦੇ ਆ। ਹੁਣ 4 ਮੈਗਾਸਪੋਰ ਦੇ ਵਿੱਚੋਂ 3 ਤਾਂ ਇਹ ਟੈਟਰਡ ਫਾਰਮ 'ਚ ਹੁੰਦੇ ਨੇ, ਇਸ ਤਰੀਕੇ ਨਾਲ 4 ਹੁੰਦੇ ਹੈਗੇ ਆ। 4 ਮੈਗਾਸਪੋਰ ਦੇ ਵਿੱਚੋਂ 3 ਜਿਹੜੇ ਹੈਗੇ ਆ ਉਹ ਡੀਜਨਰੇਟ ਹੋ ਜਾਂਦੇ, ਠੀਕ ਹੈ। 3 ਡੀਜਨਰੇਟ ਹੋ ਗਏ ਅਤੇ ਇੱਕ ਹੀ ਬਚਦਾ, ਉਹੀ ਇੱਕ ਮੈਗਾਸਪੋਰ ਜਿਹੜਾ ਹੈਗਾ ਮੈਗਾਸਪੋਰੈਂਜੀਆ ਦੇ ਵਿੱਚ ਕਵਰ ਹੁੰਦਾ ਹੈਗਾ, ਠੀਕ ਹੈ, ਨਿਊਕਲੀਅਸ 'ਚ, ਔਰ ਡਿਵੈਲਪ ਹੋ ਕੇ ਮਲਟੀ ਸੈਲੂਲਰ ਫੀਮੇਲ ਗੈਮੀਟ ਬਣਾਉਂਦਾ ਹੈ, ਜਿਹਦੇ ਵਿੱਚ 2 ਜਾਂ 2 ਤੋਂ ਜ਼ਿਆਦਾ ਆਰਕੀਗੋਨੀਆ ਹੋ ਸਕਦੇ ਹੈਗੇ ਆ, ਠੀਕ ਹੈ। ਸੋ ਮੇਲ ਫੀਮੇਲ ਜਿਹੜੇ ਹੁੰਦੇ ਆ ਅਸਲ 'ਚ ਇੰਡੀਪੈਂਡੈਂਟ ਐਗਜ਼ਿਸਟੈਂਸ ਦੇ ਵਿੱਚ ਹੁੰਦੇ ਆ, ਠੀਕ ਹੈ, ਔਰ ਫੀਮੇਲ ਦੇ ਵਿੱਚ ਕੀ ਬਣਦੇ, ਆਰਕੀਗੋਨੀਆ ਬਣਦੇ। ਹੁਣ ਅਗਰ ਆਪਾਂ ਇਹਨਾਂ MMC ਮਾਈਕਰੋਸਪੋਰ ਮਦਰ ਸੈਲ ਦੀ ਗੱਲ ਕਰੀਏ ਤਾਂ ਇਹ ਕਿੱਥੇ ਪ੍ਰੈਜੈਂਟ ਹੁੰਦੇ, ਇਹ ਨਿਊਸੇਲਸ ਦੇ ਵਿੱਚ ਪ੍ਰੈਜੈਂਟ ਹੁੰਦੇ ਆ, ਠੀਕ ਹੈ। ਨਿਊਸੇਲਸ ਪਾਰਟ ਹੁੰਦਾ ਇੱਕ, ਉਹਦੇ ਵਿੱਚ ਇਹ ਪ੍ਰੈਜੈਂਟ ਹੁੰਦੇ MMCs, ਠੀਕ ਹੈ। ਔਰ ਪ੍ਰੋਟੈਕਟ ਕਿਹਦੇ ਥਰੂ ਹੁੰਦੇ, ਓਵਿਊਲ ਦੇ ਥਰੂ ਪ੍ਰੋਟੈਕਟ ਹੁੰਦੇ ਆ, ਠੀਕ ਹੈ, ਔਰ ਫੀਮੇਲ ਕੋਨ ਦੇ ਵਿੱਚ ਪ੍ਰੈਜੈਂਟ ਹੁੰਦੇ ਆ। ਹੁਣ ਅਗਰ ਆਪਾਂ ਨਿਊਸੇਲਸ ਦੀ ਗੱਲ ਕਰੀਏ, ਠੀਕ ਹੈ, ਨਿਊਸੇਲਸ ਜਿਹੜਾ ਹੈ ਉਹ ਇਸ ਤਰੀਕੇ ਦਾ ਹੁੰਦਾ, ਠੀਕ ਹੈ। ਇਹ ਦੇਖੋ ਇਸ ਤਰੀਕੇ ਦਾ, ਇਹ ਮੈਗਾਸਪੋਰੋਸਿਸਟ ਹੈ, ਠੀਕ ਹੈ। ਮੈਗਾਸਪੋਰੋਸਿਸਟ ਨਿਊਸੇਲਸ ਦੇ ਵਿੱਚ ਹੈ, ਠੀਕ ਹੈ। ਨਿਊਸੇਲਸ ਪਾਰਟ ਹੈ ਪੂਰਾ। ਇੰਟੈਗੂਮੈਂਟ ਕਿਹਦੇ, ਓਵਿਊਲ ਦਾ ਜਿਹੜਾ ਸਟਰਕਚਰ ਹੈ ਉਹਦੇ ਵਿੱਚ ਇੰਟੈਗੂਮੈਂਟ ਮਾਈਕਰੋਪਾਈਲ ਹੈ, ਜਿੱਥੋਂ ਦੀ ਪੋਲਨ ਟਿਊਬ ਜਿਹੜੀ ਐਂਟਰ ਕਰੇਗੀ ਪੋਲੀਨੇਸ਼ਨ ਦੇ ਥਰੂ, ਔਰ ਫਰਟੀਲਾਈਜੇਸ਼ਨ ਹੋ ਕੇ ਅੱਗੇ ਜਿਮਨੋਸਪਰਮ ਬਣੇਗਾ, ਹੈ ਨਾ, ਜ਼ਾਈਗੋਟ ਵਗੈਰਾ ਫਾਰਮ ਹੋਏਗਾ। ਸੋ ਇਹ ਨਿਊਸੇਲਸ ਪ੍ਰੈਜੈਂਟ ਹੁੰਦਾ ਆ, ਠੀਕ ਹੈ। ਸੋ ਅੱਗੇ ਆਪਾਂ ਕਰ ਰਹੇ ਸੀਗੇ, ਠੀਕ ਹੈ, ਕਿ ਇਹ ਪ੍ਰੈਜੈਂਟ ਹੁੰਦੀਆਂ। ਫੀਮੇਲ ਕੋਨ ਦੀ ਆਪਾਂ ਗੱਲ ਕਰ ਲਈ। ਇਹ ਜਿਹੜੇ ਹੈਗੇ ਸਭ ਕੀ ਹੈਗੇ, ਇਹ ਪੋਲਨ ਗ੍ਰੇਨਸ ਬਣੀ ਹੋਈ ਹੈ, ਠੀਕ ਹੈ। ਇਹ ਸਭ ਜਿਹੜੇ ਆ ਪੋਲਨ ਗ੍ਰੇਨਸ ਹੈਗੇ, ਜਿਹੜੇ ਕਿ ਅੱਗੇ ਪੋਲੀਨੇਸ਼ਨ ਕਰਨਗੇ ਮੇਲ ਪਾਰਟ ਤੋਂ। ਇਸ ਅਲੱਗ ਅਲੱਗ ਤਰੀਕੇ ਦੇ ਪਾਏ ਜਾਂਦੇ ਹੈਗੇ ਆ, ਠੀਕ ਹੈ। ਇਹ ਜਿਹੜੇ ਪੋਲਨ ਗ੍ਰੇਨ ਆ, ਜਦੋਂ ਇਹਨਾਂ ਮੇਲ ਪਾਰਟਸ ਤੋਂ ਨਿਕਲਦੇ ਹੈਗੇ ਆ ਪੋਲਨ ਗ੍ਰੇਨ, ਉਹ ਵਿੰਡ ਦੇ ਥਰੂ, ਹਲਕੇ ਬਹੁਤ ਹੁੰਦੇ, ਇਸ ਕਰਕੇ ਵਿੰਡ ਇਹਨਾਂ ਨੂੰ ਆਪਣੇ ਨਾਲ ਹੀ ਲੈ ਜਾਂਦੀ ਆ। ਔਰ ਇਹਨਾਂ ਦੇ ਵਿੱਚ ਵਿੰਗ ਟਾਈਪ ਸਟਰਕਚਰ, ਮੰਨ ਲਓ ਇਹ ਪੋਲਨ ਗ੍ਰੇਨ ਆ, ਪੋਲਨ ਗ੍ਰੇਨ ਦੇ ਆਸ-ਪਾਸ ਇਸ ਤਰੀਕੇ ਨਾਲ ਵਿੰਗ ਟਾਈਪ ਸਟਰਕਚਰ ਬਣਿਆ ਹੁੰਦਾ, ਹਲਕਾ ਹੁੰਦਾ, ਇਸ ਕਰਕੇ ਹਵਾ ਇਹਨੂੰ ਉਡਾ ਕੇ ਲੈ ਜਾਂਦੀ ਆ, ਔਰ ਫੀਮੇਲ ਕੋਨ ਤੱਕ ਪਹੁੰਚ ਕੇ ਇਹ ਉੱਥੇ ਫਿਊਜ਼ ਕਰਦੇ ਆ ਔਰ ਰਿਪਰੋਡਕਸ਼ਨ ਕਾਜ਼ ਕਰਦੇ ਆ, ਜਿਹਦੇ ਨਾਲ ਕਿ ਅੱਗੇ ਜਿਮਨੋਸਪਰਮਸ ਬਣਦੇ ਹੈਗੇ ਆ, ਠੀਕ ਹੈ। ਸੋ ਆਪਾਂ ਅੱਗੇ ਗੱਲ ਕਰਦੇ ਹਾਂ रिप्रोडक्शन के बारे, ठीक है, कि इन्हों के माइक्रोस्पोरेंजिया प्रैजेंट होंगे, ठीक है। माइक्रोस्पोरेंजिया मील पार्ट की गल करते, पॉलन ग्रीन बना दिते। हुण उन्होंने की होंगे पॉलन ग्रीन जी उन्होंने पॉलन ट्यूब्स बनदियाँ। आप जो एंजियोस्पर्म के बारे करांगे वो सारा कुछ डिटेल च दसिया हुआ है, ठीक है। फ्लावरिंग प्लांट्स होंगे ना उन्होंने प्रॉपर दसिया हुआ कि जो पॉलन ट्यूब्स होंदियाँ वा आर्कीगोनिया च होंदियाँ, ठीक है। और ये की करदियाँ, मान लो इस ये पॉलन ग्रेन्स प्रैजेंट है, ठीक है। और फीमेल पार्ट्स दे विच जिहड़ी हैगी वो फीमेल गैमीट प्रैजेंट है। इन्हां दी फ्यूजन के थ्रू जायगोट फॉर्म होंदा, जायगोट अगे एम्ब्रियो और सीड्स फॉर्म करता है, ठीक है। जिम्नोस्पर्म है, सो सीड्स जिहड़ियां हैगियां वो फ्रूट्स दे विच कवर नहीं होणगियां,
ਨੈਕਡ ਸੀਡਸ ਹੋਣਗੀਆਂ, ਠੀਕ ਹੈ। ਸੋ ਜ਼ਿਮਨੋਸਪਰਮ ਜਿਹੜੇ ਆਪਾਂ ਪੜ੍ਹੇ ਹੈਗੇ ਉਹ ਸਾਈਕਸ ਹੈ, ਪਾਈਨਸ, ਗਿੰਕਗੋ, ਕੋਨੀਫਰ, ਸਿਡਰਸ, ਥੂਜਾ, ਰੈਡਵੁੱਡ ਔਰ ਜੂਨੀਪਰਸ ਹੋ ਗਏ। ਇਹ ਸਭ ਜਿਹੜੇ ਹੈਗੇ ਆ ਜ਼ਿਮਨੋਸਪਰਮ ਦੀਆਂ ਐਗਜ਼ਾਮਪਲਸ ਆ। ਹੁਣ ਅਗਰ ਆਪਾਂ ਗੱਲ ਕਰੀਏ ਕਲਾਸੀਫਿਕੇਸ਼ਨ ਦੀ, ਤਾਂ ਜਿਹੜੇ ਜ਼ਿਮਨੋਸਪਰਮਸ ਹੈਗੇ ਆ ਇਹਨਾਂ ਦੀਆਂ 3 ਕਲਾਸੀਫਿਕੇਸ਼ਨਸ ਹੈਗੀਆਂ ਵਾ, ਵੈਸੇ ਆਪਾਂ 4 ਕਹਿ ਦਿੰਦੇ ਹਾਂ, ਠੀਕ ਹੈ। ਕਿ ਅਗਰ ਆਪਾਂ 4th ਲੈ ਲਈਏ ਗਿੰਕਗੋ, ਜਿੱਦਾਂ ਇਹ 3 ਕਿਹੜੇ ਦੱਸੇ ਹੋਏ ਆ, ਸਾਈਕੈਡੋਪਸੀਡਾ, ਕੋਨੀਫੈਰੋਪਸੀਡਾ, ਗਨੈਟੋਪਸੀਡਾ। ਇਸ ਤੋਂ ਇਲਾਵਾ ਗਿੰਕਗੋਪਸੀਡਾ ਵੀ ਹੁੰਦਾ ਆ। ਅਗਰ ਗਿੰਕਗੋ ਨੂੰ ਅਲੱਗ ਲੈ ਲਈਏ ਤਾਂ ਗਿੰਕਗੋਪਸੀਡਾ ਬਣ ਜਾਏਗਾ, ਠੀਕ ਹੈ। ਫਿਲਹਾਲ ਤਾਂ ਇਹ 3 ਦੀ ਗੱਲ ਕਰਦੇ ਹਾਂ, ਮੇਨਲੀ 3 ਹੀ ਹੁੰਦੇ ਹੈਗੇ ਆ। ਸੋ ਸਾਈਕੈਡੋਪਸੀਡਾ ਦੇ ਵਿੱਚ ਕੀ ਹੁੰਦੀ ਆ, ਇਹ ਫੋਸਿਲ ਇਨਕਲੂਡਿੰਗ ਫੋਸਿਲ ਐਂਡ ਲਿਵਿੰਗ ਫਾਰਮ 'ਚ ਵੀ ਪ੍ਰੈਜ਼ੈਂਟ ਹੋ ਸਕਦੇ ਔਰ ਫੋਸਿਲ ਦੀ ਫਾਰਮ 'ਚ ਵੀ ਹੋ ਸਕਦੇ ਆ। ਸਟੈਮ ਅਨਬ੍ਰਾਂਚਡ ਹੁੰਦੀ ਹੈਗੀ ਆ। ਲੀਵਸ ਲਾਰਜ ਔਰ ਪਾਈਨੀਟਲੀ ਫਾਰਮ 'ਚ ਹੋ ਸਕਦੀਆਂ, ਪਾਈਨੀਟਲੀ ਕੰਪਾਊਂਡ ਫਾਰਮ 'ਚ। ਸਟਰਕਚਰ ਇਹਨਾਂ ਦਾ ਵੁੱਡੀ ਹੁੰਦਾ, ਵੁੱਡ ਵਰਗਾ ਪਾਰਟ ਹੁੰਦਾ, ਕਿਉਂਕਿ ਸਟੈਮਸ ਥੋੜ੍ਹੀਆਂ ਹਾਰਡ ਹੁੰਦੀਆਂ ਵਾ। ਐਗਜ਼ਾਮਪਲ ਦੇ ਸਾਈਕਸ, ਐਫੈਡਰਾ ਔਰ ਜ਼ੇਮੀਆ ਆ ਗਿਆ। ਕੋਨੀਫੈਰੋਪਸੀਡਾ ਜਿਹੜੇ ਹੈਗੇ ਆ, ਇਹਨਾਂ 'ਚ ਕੋਨੀਫਰਸ ਮੇਨਲੀ ਹੁੰਦੇ ਆ, ਠੀਕ ਹੈ। ਜਿੱਦਾਂ ਕਿ ਸਟੈਮਸ ਜਿਹੜੀਆਂ ਆ ਉਹ ਪ੍ਰੋਫਿਊਜ਼ਲੀ ਬ੍ਰਾਂਚਡ, ਲੀਵ ਜਿਹੜੀਆਂ ਉਹ ਸਿੰਪਲ ਹੁੰਦੀਆਂ ਵਾ, ਔਰ ਵੁੱਡ ਜਿਹੜੀ ਹੈਗੀ ਆ ਉਹ ਪਿਕਨੋਸਾਈਕਲਿਕ ਹੁੰਦੀ ਹੈਗੀ ਆ, ਠੀਕ ਹੈ। ਔਰ ਪਾਈਨਸ, ਗਿੰਕਗੋ, ਟੈਕਸਸ ਇਹਨਾਂ ਦੀ ਐਗਜ਼ਾਮਪਲ ਹੈ। ਅਗਰ ਗਿਟਨੋਪਸੀਡਾ ਦੀ ਗੱਲ ਕਰੀਏ, ਗਨੈਟੋਪਸੀਡਾ ਸੌਰੀ, ਇਹਦੇ ਵਿੱਚ ਸ਼ਰਬਸ, ਇਹ ਸ਼ਰਬਸ ਫਾਰਮ 'ਚ ਹੁੰਦਾ, ਟਰੀ ਨਹੀਂ, ਸ਼ਰਬਸ ਫਾਰਮ 'ਚ ਪ੍ਰੈਜ਼ੈਂਟ ਹੁੰਦਾ ਆ। ਔਰ ਇਹਨਾਂ ਦੇ ਵਿੱਚ ਸ਼ਰਬਸ, ਵੁਡੀ ਕਲਿੰਬਰਸ, ਹੁਣ ਸ਼ਰਬਸ ਛੋਟੇ ਛੋਟੇ ਹੁੰਦੇ ਇਸ ਕਰਕੇ ਕਲਿੰਬਰ ਕਰਦੇ ਹੈਗੇ, ਕਲਾਈੰਬ ਕਰਦੇ ਆ ਕਿਸੇ ਦੂਸਰੇ ਪਲਾਂਟ ਦੇ ਉੱਤੇ। ਐਂਜੀਓਸਪਰਮਸ ਦੀ ਤਰ੍ਹਾਂ ਕੁਛ ਹੁੰਦੇ ਹੈਗੇ ਆ। ਲੀਵਸ ਓਪੋਜ਼ਿਟ ਹੁੰਦੀਆਂ, ਜਿੱਦਾਂ ਇੱਕ ਲੀਫ ਇੱਧਰ, ਇੱਕ ਇੱਧਰ, ਇੱਕ ਇੱਧਰ, ਇੱਕ ਇੱਧਰ, ਇਸ ਤਰੀਕੇ ਨਾਲ ਬਣਦੀ ਹੈਗੀ ਆ, ਠੀਕ ਹੈ। ਵੁੱਡ ਦੇ ਵਿੱਚ ਕੁਛ ਐਡਵਾਂਸ ਫੀਚਰਸ ਹੁੰਦੇ ਹੈਗੇ ਆ। ਐਗਜ਼ਾਮਪਲ ਲੈਣ ਦੀ ਗਨੈਟਮ, ਇਫੈਡਰਾ, ਵਲਵਿਸ਼ੀਆ, ਠੀਕ ਹੈ। ਇਹ ਸਭ ਜਿਹੜੀਆਂ ਇਹਨਾਂ ਦੀਆਂ ਐਗਜ਼ਾਮਪਲਸ ਆ ਜਾਂਦੀਆਂ ਹੈਗੀਆਂ। ਉਸ ਤੋਂ ਅੱਗੇ ਹੈ ਜ਼ਿਮਨੋਸਪਰਮ ਦੇ, ਆਪਾਂ ਇਹਦੇ ਬਾਰੇ ਤਾਂ ਕਰ ਲਿਆ, ਠੀਕ ਹੈ, ਕਿ ਜਿਹੜੇ ਇਹ ਨਿਊਸੈਲਸ ਪ੍ਰੈਜ਼ੈਂਟ ਹੁੰਦਾ ਇਹਦੇ ਵਿੱਚ। ਉਸ ਤੋਂ ਬਾਅਦ ਇਹ ਗਿੰਕਗੋ ਅਤੇ ਪਾਈਨ ਟਰੀ ਇਸ ਤਰੀਕੇ ਦੇ ਦਿਖਾਈ ਦਿੰਦੇ ਹੈਗੇ ਆ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹੈਗੇ ਅਗਰ ਜ਼ਿਮਨੋਸਪਰਮ ਦੇ ਲਾਈਫ ਸਾਈਕਲ ਦੀ ਗੱਲ ਕਰੀਏ, ਠੀਕ। ਹੁਣ ਜਿੱਦਾਂ ਕਿ ਸਾਡੇ ਤੋਂ ਇਹ ਪਲਾਂਟ ਹੈ, ਠੀਕ ਹੈ, ਪਲਾਂਟ ਡਿਪਲੋਇਡ ਫਾਰਮ ਦੇ ਵਿੱਚ ਹੈ, ਠੀਕ ਹੈ। ਇਹਦੇ ਵਿੱਚ ਮੇਲ ਗੈਮੀਟ ਹੁੰਦੇ ਆ, ਮੇਲ ਗੈਮੀਟ ਥੋੜ੍ਹੇ ਅਲੱਗ ਦਿਖਾਈ ਦਿੰਦੇ ਹੈਗੇ ਆ, ਠੀਕ ਹੈ। ਮੇਲ ਗੈਮੀਟ ਅਲੱਗ ਹੁੰਦੇ ਆ, ਫੀਮੇਲ ਗੈਮੀਟ ਅਲੱਗ ਦਿਖਾਈ ਦਿੰਦੇ ਆ। ਮੇਲ ਗੈਮੀਟ ਇਸ ਤਰੀਕੇ ਦੇ, ਫੀਮੇਲ ਗੈਮੀਟ 'ਚ ਥੋੜ੍ਹੀਆਂ ਲੀਫ ਟਾਈਪ ਸਟਰਕਚਰ ਬਣਿਆ ਹੁੰਦਾ ਆ। ਔਰ ਜਦੋਂ ਕਿ ਮੇਲ ਗੈਮੀਟਸ ਦੀ ਮਿਓਸਿਸ ਹੁੰਦੀ ਤਾਂ ਮਾਈਕਰੋਸਪੋਰ ਬਣਦੇ ਹੈਪਲੋਇਡ ਫਾਰਮ ਦੇ ਵਿੱਚ, ਠੀਕ ਹੈ। ਪਲਾਂਟ ਤਾਂ ਫਿਲਹਾਲ ਸੀ ਡਿਪਲੋਇਡ ਫਾਰਮ 'ਚ, ਆਪਾਂ ਕਿਹਾ ਨਾ ਕਿ ਮੋਸਟਲੀ ਡਿਪਲੋਇਡ ਫਾਰਮ 'ਚ ਇੰਡੀਪੈਂਡੈਂਟ ਫੇਸ 'ਚ ਹੁੰਦੇ, ਡਿਪਲੋਇਡ ਜ਼ਿਆਦਾਤਰ ਰਹਿੰਦੇ ਆ। ਹੁਣ ਜਦੋਂ ਇਹਨਾਂ ਨੇ ਮੇਲ ਫੀਮੇਲ ਗੈਮੀਟ ਬਣਾ ਦਿੱਤੇ, ਮੇਲ ਗੈਮੀਟ ਦੀ ਮਿਓਸਿਸ ਤੋਂ ਮਾਈਕਰੋਸਪੋਰ ਬਣੇ, ਫੀਮੇਲ ਗੈਮੀਟ ਦੀ ਮਿਓਸਿਸ ਤੋਂ ਇਹ ਦੇਖੋ ਸੈੱਲ ਦਿਖਾਈ ਦੇ ਰਹੇ ਨਾ ਵਿੱਚ, ਇਹ ਬਣੇ ਹੈਗੇ ਮੇਗਾਸਪੋਰਸ, ਠੀਕ ਹੈ। ਇਹ ਵੀ ਹੈਪਲੋਇਡ ਆ, ਇਹ ਵੀ ਹੈਪਲੋਇਡ ਆ। ਜਦੋਂ ਹੁਣ ਇਹ ਮਾਈਟੋਸਿਸ ਕਾਜ਼ ਕਰਦੇ ਤਾਂ ਫੀਮੇਲ ਗੈਮੀਟੋਫਾਈਟ ਐਗ ਇਸ ਤਰੀਕੇ ਦਾ ਬਣ ਜਾਂਦਾ, ਠੀਕ ਹੈ। ਮੇਲ ਗੈਮੀਟੋਫਾਈਟ 'ਚ ਕੀ ਸੀ, ਦੇਖੋ ਮਾਈਕਰੋਸਪੋਰਸ ਤੋਂ ਕੀ ਬਣਿਆ, ਮੇਲ ਜਿਹੜੇ ਗੈਮੀਟੋਫਾਈਟ ਬਣੇ ਉਹ ਅਸੀਂ ਪੋਲਨ ਫਾਰਮ 'ਚ ਕਹਿੰਦੇ। ਹੁਣ ਦੇਖੋ ਇਸ ਤਰੀਕੇ ਨਾਲ ਸਟਰਕਚਰ ਬਣਿਆ ਹੋਇਆ ਨਾ, ਇਸ ਤਰੀਕੇ ਨਾਲ ਮਤਲਬ ਵਿੰਗਸ ਟਾਈਪ ਸਟਰਕਚਰ ਬਣਿਆ ਹੋਇਆ ਫਲੋ ਕਰਨ, ਉੜਨ ਦੇ ਲਈ, ਠੀਕ ਹੈ, ਤਾਂ ਕਿ ਏਅਰ ਇਹਨਾਂ ਨੂੰ ਲੈ ਕੇ ਜਾ ਸਕੇ। ਸੋ ਜਦੋਂ ਇਹ ਆਪਸ 'ਚ ਫਿਊਜ਼ ਕਰ ਜਾਂਦੀ ਇਸ ਤਰੀਕੇ ਨਾਲ ਪੋਲੀਨੇਸ਼ਨ ਹੋ ਜਾਂਦੀ ਆ, ਠੀਕ ਹੈ। ਕਿ ਜਦੋਂ ਫੀਮੇਲ ਪਾਰਟ ਜਿਹੜਾ ਹੈਗਾ ਉਹ ਪੋਲਨ ਗ੍ਰੇਨਸ ਨੂੰ ਬੀਅਰ ਕਰ ਲੈਂਦਾ ਆ, ਅਤੇ ਉਹਨੂੰ ਅਸੀਂ ਬੋਲ ਦਿੰਦੇ ਪੋਲੀਨੇਸ਼ਨ ਜਿਹੜੀ ਹੈਗੀ ਆ। ਹੁਣ ਜਦੋਂ ਇਹਨਾਂ ਦੀ ਫਿਊਜ਼ਨ ਹੁੰਦੀ ਪੋਲੀਨੇਸ਼ਨ ਦੇ ਥਰੂ, ਤਾਂ ਇਹ ਫਰਟੀਲਾਈਜ਼ ਕਰ ਜਾਂਦੇ ਹੈਗੇ ਆ, ਠੀਕ ਹੈ। ਫਰਟੀਲਾਈਜੇਸ਼ਨ ਹੋਣ ਦੇ ਦੌਰਾਨ ਦੋਨੋਂ ਫਿਊਜ਼ ਕੀਤੇ ਸੀ, ਠੀਕ ਹੈ। ਫਿਊਜ਼ ਕਰਕੇ ਇਹਨਾਂ ਨੇ ਕੀ ਬਣਾ ਦਿੱਤਾ, ਜ਼ਾਈਗੋਟ ਬਣਾ ਦਿੱਤਾ, ਦੋਨੋਂ ਦਾ ਨਿਊਕਲੀਅਸ ਫਿਊਜ਼ ਕਰ ਗਏ ਤਾਂ ਜ਼ਾਈਗੋਟ ਬਣਿਆ ਕੋਨ ਸਕੇਲ ਦੇ ਵਿੱਚ ਹੀ, ਠੀਕ ਹੈ। ਹੁਣ ਇਹਦੀ ਮਾਈਟੋਸਿਸ ਹੋਏਗੀ ਤਾਂ ਇਸ ਤਰੀਕੇ ਨਾਲ ਫਰਟੀਲਾਈਜੇਸ਼ਨ ਤੋਂ ਬਾਅਦ ਜ਼ਾਈਗੋਟ ਤੋਂ ਬਣਿਆ ਐਮਬਰੀਓ, ਠੀਕ ਹੈ। ਇਹ ਕੀ ਹੈਗੀ, ਇੰਡੀਪੈਂਡੈਂਟ ਸਪੋਰੋਫਾਈਟ, ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਕੇਸ ਫਾਰਮ 'ਚ ਹੁੰਦੇ ਇੰਡੀਪੈਂਡੈਂਟ ਸਪੋਰੋਫਾਈਟਸ। ਫਰਦਰ ਐਮਬਰੀਓ ਦੀ ਸੀਡ ਦੇ ਅੰਦਰ ਹੀ ਹੈ, ਸੀਡ ਨੈਕਡ ਆ ਬਟ ਸੀਡ ਦੇ ਅੰਦਰ ਹੀ ਐਮਬਰੀਓ ਡਿਵੈਲਪ ਕਰੇਗਾ, ਮਾਈਟੋਸਿਸ ਕਾਜ਼ ਕਰਕੇ ਇਸ ਤਰੀਕੇ ਦਾ ਡਿਪਲੋਇਡ ਸਟਰਕਚਰ ਬਣਾ ਦੇਗਾ, ਪਲਾਂਟ ਬਣਾ ਦੇਗਾ, ਠੀਕ ਹੈ। ਸੋ ਇਸ ਤਰੀਕੇ ਨਾਲ ਰਿਪੀਟਿਡ ਸਾਈਕਲ ਚੱਲਦੇ ਰਹਿੰਦੇ ਹੈਗੇ ਆ ਜ਼ਿਮਨੋਸਪਰਮ ਦੇ ਅੰਦਰ, ਠੀਕ ਹੈ। ਸੋ ਨੈਕਸਟ ਕਰਦੇ ਇੰਪੋਰਟੈਂਸ ਬਾਰੇ, ਕਿ ਜਿਹੜੇ ਜ਼ਿਮਨੋਸਪਰਮਸ ਹੁੰਦੇ ਹੈਗੇ ਆ ਉਹਨਾਂ ਦੀਆਂ ਕਈ ਸਾਰੇ ਆਪਾਂ ਪਹਿਲਾਂ ਵੀ ਕਰ ਚੁੱਕੇ ਕਿ ਫਾਇਦੇ ਬਹੁਤ ਹੁੰਦੇ ਹੈਗੇ ਆ। ਕੁਛ ਜ਼ਿਮਨੋਸਪਰਮ ਜਿੱਦਾਂ ਥੂਜਾ, ਟੈਕਸਸ ਹੋ ਗਿਆ, ਇਹਨਾਂ ਨੂੰ ਔਰਨਾਮੈਂਟਲ ਦੇ ਤੌਰ 'ਤੇ ਯੂਜ਼ ਕਰਦੇ ਹੁਣ। ਜਿੱਦਾਂ ਕਿ ਆਪਾਂ ਕ੍ਰਿਸਮਸ ਟਰੀ ਦੀ ਗੱਲ ਕਰੀਏ ਹੈ ਨਾ, ਉਹ ਵੀ ਜਿਹੜਾ ਹੈਗਾ ਉਹ ਔਰਨਾਮੈਂਟਲ ਦੇ ਤੌਰ 'ਤੇ ਅਸੀਂ ਯੂਜ਼ ਕਰਦੇ ਉਹਦੀਆਂ ਕਈ ਸਾਰੀਆਂ ਸਪੀਸ਼ੀਜ਼ ਹੁੰਦੀਆਂ ਵਾ। ਸੋ ਜ਼ਿਮਨੋਸਪਰਮ ਦੇ ਵਿੱਚ ਥੂਜਾ, ਟੈਕਸਸ ਮੇਨਲੀ ਔਰਨਾਮੈਂਟਲ ਦੇ ਤੌਰ 'ਤੇ ਯੂਜ਼ ਕਰਦੇ ਹਾਂ। ਜਿਹੜਾ ਜ਼ੇਮੀਆ ਆਪਾਂ ਪੜ੍ਹਿਆ ਸਮੋਲੈਸਟ ਜ਼ਿਮਨੋਸਪਰਮ, ਉਹ 'ਚ ਸਟਾਰਚ ਬਹੁਤ ਜ਼ਿਆਦਾ ਹੁੰਦੀ ਆ ਔਰ ਉਹਨੂੰ ਇੰਡੀਅਨ ਫੂਡ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ, ਖਾਣੇ
ਦੇ ਤੌਰ 'ਤੇ ਇੰਡੀਆ ਦੇ ਵਿੱਚ। ਕੁਛ ਜਿਮਨੋਸਪਰਮਸ ਜਿਹੜੇ ਹੁੰਦੇ ਆ ਉਹ ਮੈਡੀਸਿਨਸ ਦੇ ਤੌਰ 'ਤੇ ਯੂਜ਼ ਕੀਤੇ ਜਾਂਦੇ। ਸਟਮਕ ਡਿਸऑर्डਰ, ਅਗਰ ਬਲੱਡ ਵੋਮਿਟਿੰਗ ਹੋ ਰਹੀ ਹੋਏ ਜਾਂ ਕੁਛ ਸਕਿਨ ਡਿਸੀਜ਼ਜ਼ ਹੁੰਦੀਆਂ ਤਾਂ ਉਹਨਾਂ ਦੀ ਟਰੀਟਮੈਂਟ ਲਈ ਇਹਨਾਂ ਨੂੰ ਯੂਜ਼ ਕਰਦੇ ਆ। ਇਸ ਤੋਂ ਇਲਾਵਾ ਸੀਡਸ ਜਿਹੜੀਆਂ ਹੁੰਦੀਆਂ ਜਿਮਨੋਸਪਰਮ ਦੀਆਂ, ਕੁਛ ਜਿਮਨੋਸਪਰਮ ਦੀਆਂ ਸੀਡ ਨੂੰ ਅਸੀਂ ਐਡੀਬਲ ਪਰਪਸ ਲਈ ਯੂਜ਼ ਕਰਦੇ, ਖਾਂਦੇ ਵੀ ਹਾਂ। ਗਨੈਟਮ ਨਿਮੋਨ ਹੋ ਗਿਆ, ਠੀਕ ਹੈ। ਗਨੈਟਮ ਜਿਹੜਾ ਉਹਨੂੰ ਅਸੀਂ ਖਾਣ ਦੇ ਤੌਰ 'ਤੇ ਯੂਜ਼ ਕਰਦੇ ਉਹਦੀਆਂ ਸੀਡਸ ਨੂੰ। ਜਿਹੜੇ ਕੁਛ ਜਿੱਦਾਂ ਸਾਈਕਸ ਹੈਗੇ, ਸਾਈਕਸ ਪਲਾਂਟ ਹੋ ਗਿਆ, ਉਹਦੇ ਜਿਹੜੇ ਪੋਲਨਸ ਹੁੰਦੇ ਆ ਉਹਨਾਂ ਦਾ ਨਾਰਕੋਟਿਕ ਇਫੈਕਟ ਹੁੰਦਾ ਆ, ਠੀਕ ਹੈ। ਫਿਰ ਹੈ ਕਿ ਜਿਹੜਾ ਪਾਈਨਸ ਹੈਗਾ ਆ, ਪਾਈਨਸ ਮੈਰੀਟੀਮਾ, ਠੀਕ ਹੈ। ਪਾਈਨਸ ਮੈਰੀਟੀਮਾ ਜਿਹੜੀ ਸਪੀਸ਼ੀਜ਼ ਹੈਗੀ ਆ ਜਿਮਨੋਸਪਰਮ ਦੀ, ਇਹਦੇ ਵਿੱਚ ਕੀ ਆ, ਟਰਪੈਂਟੀਨ ਪਾਇਆ ਜਾਂਦਾ ਔਰ ਟਰਪੈਂਟੀਨ ਆਇਲ ਇਹ ਪੇਂਟ ਇੰਡਸਟਰੀ 'ਚ ਕੰਮ ਆਉਂਦਾ ਆ। ਇਸ ਤੋਂ ਅੱਗੇ ਹੈ ਟਿੰਬਰ ਜਿਹੜਾ ਹੈਗਾ ਉਹ ਸੀਕੁਆ ਪਾਈਨਸ ਸੀਡਰਸ ਪਲਾਂਟ ਤੋਂ ਮਿਲਦਾ। ਟਿੰਬਰ ਦੇ ਵੀ ਕਾਫੀ ਫਾਇਦੇ ਹੈਗੇ, ਪੇਪਰ ਇੰਡਸਟਰੀ ਵਗੈਰਾ ਦੇ ਵਿੱਚ, ਹੋਰ ਕਈ ਜਗ੍ਹਾ 'ਤੇ ਕੰਮ ਆਉਂਦੇ ਆ, ਕਈ ਇੰਡਸਟਰੀਜ਼ ਦੇ ਵਿੱਚ। ਫਿਰ ਹੈ ਕਿ ਪਾਈਨਸ ਜਿਹੜੀਆਂ ਹੈਗੀਆਂ ਆ, ਪਾਈਨਸ ਦੀ ਕਈ ਸਪੀਸ਼ੀਜ਼ ਤੋਂ ਸਾਨੂੰ ਵੁੱਡ ਗੈਸ ਔਰ ਵੁੱਡ ਐਲਕੋਹਲ ਮਿਲਦੀ ਹੈਗੀ ਆ, ਠੀਕ ਹੈ। ਇਸ ਤੋਂ ਬਾਅਦ ਹੈ ਕਿ ਜਿਹੜਾ ਗਨੈਟਮ ਲੈਟੀਫਾਰਮ ਹੈ, ਗਨੈਟਮ ਦੀਆਂ ਵੀ ਕਈ ਸਪੀਸ਼ੀਜ਼ ਹੈ, ਠੀਕ ਹੈ। ਗਨੈਟਮ ਲੈਟੀਫਾਰਮ ਜਿਹੜਾ ਹੈਗਾ ਆ ਇਹਦੇ ਤੋਂ ਫਾਈਬਰਸ ਬਣਦੀਆਂ, ਫਾਈਬਰਸ ਰੋਪਸ ਔਰ ਨੈਟ ਬਣਾਉਣ ਦੇ ਕੰਮ ਆਉਂਦੀਆਂ ਹੈਗੀਆਂ, ਠੀਕ ਹੈ। ਸੋ ਇਸ ਤਰੀਕੇ ਨਾਲ ਜਿਹੜੀ ਜਿਮਨੋਸਪਰਮ ਉਹਦੇ ਵੀ ਕਾਫੀ ਸਾਰੇ ਫਾਇਦੇ ਹੈਗੇ ਆ। ਸੋ ਇਹ ਆਪਾਂ ਚੰਗੀ ਤਰ੍ਹਾਂ ਕਰ ਲੈਣੇ ਆ, ਠੀਕ ਹੈ। ਹੁਣ ਇਸ ਚੈਪਟਰ ਦੇ ਵਿੱਚੋਂ ਟਾਈਮ ਟੂ ਟਾਈਮ ਕਈ ਕੁਐਸਚਨ ਆਏ ਹੋਏ ਆ ਪਿਛਲੇ ਮਾਸਟਰ ਕੈਡਰ ਦੇ ਐਗਜ਼ਾਮਸ 'ਚ, ਸੋ ਉਹਨੂੰ ਚੰਗੀ ਤਰ੍ਹਾਂ ਪ੍ਰੀਪੇਅਰ ਕਰ ਲੈਣਾ। ਨੈਕਸਟ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਐਂਜੀਓਸਪਰਮਸ ਦੇ ਬਾਰੇ, ਔਰ ਇਹਨਾਂ ਦੇ ਜਿਹੜੇ ਪਿਛਲੇ ਪੇਪਰਸ ਦੇ ਵਿੱਚ ਕੁਐਸਚਨ ਆਏ ਆ ਉਹਨਾਂ ਨੂੰ ਵੀ ਇੱਕ ਵਾਰ ਡਿਸਕਸ ਜ਼ਰੂਰ ਕਰਾਂਗੇ ਲਾਈਫ ਸਾਈਕਲ ਦੇ ਨਾਲ, ਠੀਕ ਹੈ। ਸੋ ਬਾਕੀ ਕਰਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਵੀਡੀਓ ਅੱਛੀ ਲੱਗੇ ਤਾਂ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕਸ ਫॉर ਵਾਚਿੰਗ ਦ ਵੀਡੀਓ।